ਧਰੋਂ ਧਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਇਹ ਪ੍ਰਸਾਦ ਸੱਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਗਲੇ ਦਿਵਸ ਰੋਜ਼ ਬਰਤੰਤਾ ਚੱਕ ਗਨ ਗਿਨ ਗਿਨ ਸੁਲਹੰਤਾ ਤਬ ਡੱਲਾ ਬੰਧਨ ਗਿੰਦ ਆਇਓ ਬੈਠਕ ਪਗ ਪਰ ਸੀਸ ਨਿਵਾਇਓ। ਅਗਲੇ ਦਿਵਸ ਰੋਜ਼ ਬਰਤੰਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਚਰਨ ਛੋਹ ਪ੍ਰਾਪਤ ਨਗਰੀ ਸਾਧ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਸੁਲਤਾਨਪੁਰ ਲੋਧੀ ਦੀ ਪਵਿੱਤਰ ਨਗਰੀ ਗੁਰੂ ਸਾਹਿਬ ਜੀ ਦਾ ਪਾਵਨ ਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਔਰ ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਿਵਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਾਨੂੰ ਸਾਰਿਆਂ ਨੂੰ ਗੁਰੂ ਚਰਨਾਂ ਦੀ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਨੇ ਤਰਸ ਕਰਕੇ ਮਿਹਰਾਮਤ ਕਰਕੇ ਸਤ ਸੰਗਤ ਦੀ ਅਮੋਲਕ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸਥਾਨ ਤੇ ਲੜੀਵਾਰ ਰੂਪ ਦੇ ਵਿੱਚ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਇਤਿਹਾਸ ਚੱਲ ਰਿਹਾ ਹੈ। ਸਾਬੋ ਕੀ ਤਲਵੰਡੀ ਦਾ ਮਾਲਵੇ ਦੇ ਇਲਾਕੇ ਦਾ ਜਿਸ ਪ੍ਰਕਾਰ ਗਰੀਬ ਨਵਾਜ ਸੱਚੇ ਪਾਤਸ਼ਾਹ ਭਾਈ ਡੱਲੇ ਜੀ ਦੀ ਸੇਵਾ ਤੇ ਖੁਸ਼ ਹੋਏ ਕਿਉਂਕਿ ਜਦੋਂ ਦੂਸਰੀ ਵਾਰੀ ਸਰਹੰਦ ਦੇ ਸੂਬੇ ਵਜੀਦ ਖਾਨ ਨੇ ਚਿੱਠੀ ਲਿਖ ਕਰਕੇ ਭੇਜੀ ਹੈ ਕਿ ਡੱਲਿਆ ਤੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਸਾਡੇ ਹਵਾਲੇ ਕਰ ਦੇ ਜਾਂ ਸਾਡਾ ਸਾਥ ਦੇ ਅਸੀਂ ਫੌਜ ਭੇਜਾਂਗੇ ਤੂੰ ਨਾਲ ਉਹ ਕਰਕੇ ਗ੍ਰਿਫਤਾਰ ਕਰਵਾ ਦੇ। ਉਹਦਾ ਜਵਾਬ ਦਿੱਤਾ ਡੱਲੇ ਚੌਧਰੀ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਤਾਂ ਸਾਡੇ ਪ੍ਰਾਣ ਅਸੀਂ ਆਪਣੇ ਪ੍ਰਾਣਾਂ ਦੀ ਮਹਾਰਾਜ ਸਾਹਿਬ ਜੀ ਦੀ ਸੇਵਾ ਚ ਹਾਜ਼ਰ ਰਹਾਂਗੇ ਤੇ ਸਿਰ ਤੱਕ ਨਿਭਾਵਾਂਗੇ। ਤੇਰੀ ਫੌਜ ਦਾ ਮੁਕਾਬਲਾ ਕਰਾਂਗਾ ਆਪਣੀ ਫੌਜ ਨਾਲ ਲੈ ਕਰਕੇ। ਐਸਾ ਜਵਾਬ ਦੇ ਕਰਕੇ ਜਿਸ ਵੇਲੇ ਭੇਜਿਆ ਚਿੱਠੀ ਲਿਖਾ ਕਰਕੇ, ਕਿ ਸਰਹੰਦ ਦੇ ਸੂਬਿਆਂ ਤੇਰੀਆਂ ਧਮਕੀਆਂ ਤੋਂ ਅਸੀਂ ਨਹੀਂ ਡਰਦੇ।
ਜਦੋਂ ਸਿੱਖ ਦੇ ਰਾਹੀਂ ਇਸ ਗੱਲ ਦਾ ਪਤਾ ਮਹਾਰਾਜ ਸਾਹਿਬ ਜੀ ਨੂੰ ਲੱਗਾ ਕਿ ਸਤਿਗੁਰੂ ਅੰਤਰਜਾਮੀ ਹੈ, ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਬਹੁਤ ਖੁਸ਼ ਹੋਏ ਤੇ ਡੱਲੇ ਨੂੰ ਇੱਕ ਦਿਨ ਕਹਿਣ ਲੱਗੇ ਵੀ ਕੁਝ ਮੰਗ। ਬਹੁਤੇ ਪ੍ਰਸੰਨ ਆ ਕਲਗੀਧਰ ਪਾਤਸ਼ਾਹ ਤੇ ਔੜ ਲੱਗੀ ਹੋਈ ਸੀ ਕਈਆਂ ਮਹੀਨਿਆਂ ਤੋਂ, ਮੀਂਹ ਨਹੀਂ ਸੀ ਪਿਆ। ਪਹਿਲਾਂ ਵੀ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ, ਸਤਿਗੁਰੂ ਜੀ ਨੇ ਡੱਲੇ ਦੇ ਰਾਹੀਂ ਮੀਂਹ ਪਵਾਇਆ ਸੀ, ਮੀਂਹ ਤੇ ਆਪ ਹੀ ਪਵਾਇਆ ਸੀ। ਤੇ ਮਹਾਰਾਜ ਨੇ ਆਖਿਆ ਸੀ ਆਕਾਸ਼ ਵੱਲ ਨੂੰ ਜਾਂ ਇੰਦਰ ਦੇਵਤੇ ਦੇ ਮਾਰ ਛਿੱਤਰ, ਤੇ 7 ਵਾਰੀ ਆਪਣਾ ਜੋੜਾ ਤਾਂ ਨੂੰ ਸੁੱਟਿਆ ਸੀ ਜ਼ੋਰ ਦੇ ਨਾਲ ਤੇ ਉਹ ਮੀਂਹ ਪਿਆ ਸੀ। ਹੁਣ ਜਦੋਂ ਮਹਾਰਾਜ ਸਾਹਿਬ ਜੀ ਇੱਥੇ ਖੁਸ਼ ਹੋਏ ਵੀ ਕੁਝ ਮੰਗ, ਇਹਨੇ ਬੇਨਤੀ ਇਹ ਕੀਤੀ ਵੀ ਮਹਾਰਾਜ ਸਾਰੇ ਟੋਭਿਆਂ ਚੋਂ ਸਾਰੇ ਤਲਾਵਾਂ ਚੋਂ ਪਾਣੀ ਸੁੱਕ ਚੁੱਕਾ ਵਾ, ਮਨੁੱਖ ਵੀ ਇਹ ਔੜ ਤੋਂ ਪਰੇਸ਼ਾਨ ਵਾ, ਪਸ਼ੂ ਪੰਛੀ ਵੀ ਦੁਖੀ ਆ, ਤੇ ਕਿਰਪਾ ਕਰੋ ਮਹਾਰਾਜ ਤੁਸੀਂ ਪ੍ਰਸੰਨ ਹੋਇਓ ਤੇ ਮੀਂਹ ਪਵਾਓ। ਤਾਂ ਮਹਾਰਾਜ ਸਾਹਿਬ ਜੀ ਨੇ ਕਿਹਾ ਵੀ ਹੋਰ ਕੁਝ ਮੰਗ, ਮੀਂਹ ਦੀ ਕਿਹੜੀ ਗੱਲ ਆ। ਤਾਂ ਇਸ ਤਰ੍ਹਾਂ ਗਰੀਬ ਨਵਾਜ ਬਚਨ ਕੀਤਾ, ਫਿਰ ਚੁੱਪ ਕਰ ਗਏ ਤੇ ਕੁਝ ਸਮਾਂ ਮਹਾਰਾਜ ਦੇ ਪਾਸ ਬੈਠ ਕੇ ਡੱਲਾ ਵੀ ਆਪਣੇ ਘਰ ਨੂੰ ਚਲੇ ਗਿਆ। ਇਸ ਤੋਂ ਫਿਰ ਅਗਲੇ ਦਿਨ ਫਿਰ ਜਿਵੇਂ ਸੇਵਾ 'ਚ ਹਾਜ਼ਰ ਹੋਇਆ, ਫਿਰ ਜਿਵੇਂ ਬੇਨਤੀ ਕੀਤੀ। ਇਹ ਲੜੀਵਾਰ ਗਾਥਾ ਸਾਧ ਸੰਗਤ ਜੀ ਆ ਰਹੀ ਹੈ, ਜਿਵੇਂ ਕਲਗੀਧਰ ਪਾਤਸ਼ਾਹ ਕਿਵੇਂ ਮੀਂਹ ਪਵਾਉਂਦੇ ਆ। ਫਿਰ ਇਹਦੇ ਬੇਨਤੀ ਕਰਨ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧਿਆਨ ਕਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਗਲੇ ਦਿਸ ਰੋਜ਼ ਬਰਦੰਤਾ। ਅਗਲਾ ਦਿਨ ਹੋਇਆ ਤੇ ਕਲਗੀਧਰ ਪਾਤਸ਼ਾਹ ਜੀ ਦੀ ਆਗਿਆ ਦੇ ਨਾਲ ਜਿਹੜੇ ਨੌਕਰ ਰੱਖੇ ਹੋਏ ਸਨ, ਫੌਜ ਨੌਕਰ ਕੀਤੀ ਸੀ, ਭਰਤੀ ਕੀਤੀ ਸੀ, ਉਹਨਾਂ ਨੂੰ ਰੋਜ਼ੀਨਾ ਵਰਤ ਰਿਹਾ ਹੈ। ਰੋਜ਼ ਦੇ ਰੋਜ਼ ਉਹਨਾਂ ਦਾ ਜੋ ਹਿਸਾਬ ਕਿਤਾਬ ਹੈ ਉਹ ਮਹਾਰਾਜ ਉੱਥੇ ਪੂਰਾ ਕਰੀ ਜਾਂਦੇ, ਰੋਜ਼ ਦੇਈ ਜਾਂਦੇ ਮਾਮਲਾ, ਤੇ ਉਹਨਾਂ ਦਾ ਜੋ ਤਨਖਾਹ ਹੈ ਉਹ ਵਰਤ ਰਹੀ ਸੀ। ਤੇ ਸਮੂਹ ਨੌਕਰ ਜਿੰਨੇ ਨੌਕਰ ਹਨ ਉਹ ਗਿਣ ਗਿਣ ਕੇ ਆਪਣਾ ਰੋਜ਼ੀਨਾ ਲੈ ਰਹੇ ਹਨ, ਆਪਣੀ ਤਨਖਾਹ ਪ੍ਰਾਪਤ ਕਰ ਰਹੇ ਹਨ। ਉਸ ਮੌਕੇ ਤੇ ਭਾਈ ਡੱਲਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕਰਨ ਵਾਸਤੇ ਆਏ। ਪਗ ਪਰ ਸੀਸ ਨਿਵਾਇਓ। ਔਰ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਵੰਦਨਾ ਕਰਕੇ ਸੀਸ ਝੁਕਾ ਕੇ ਬੈਠੇ ਹਨ। ਕਰ ਕਰ ਲੇਖਾ ਸਭ ਚਿਤ ਚੇਤੇ। ਤੇ ਜਿੰਨੇ ਬੈਠੇ ਹੋਏ ਆ ਨੌਕਰ ਚਾਕਰ ਉਹ ਆਪਣੇ ਚਿੱਤ ਵਿੱਚ ਚੇਤਾ ਕਰ ਕਰਕੇ ਆਪਣਾ ਲੇਖਾ ਕਰ ਰਹੇ ਹਨ। ਆਵਤ ਜਾਤ ਨੀਤ ਇੱਕ ਦੇਤੇ। ਇੱਕ ਆ ਰਿਹਾ ਹੈ ਲੈਣ ਵਾਸਤੇ, ਇੱਕ ਲੈ ਕੇ ਜਾ ਰਿਹਾ ਹੈ ਤੇ ਇੱਕ ਦੇ ਰਿਹਾ ਹੈ। ਤਿੰਨ ਦਿਸ ਦੇਖਤ ਪ੍ਰਭੂ ਬਖਾਨਾ। ਉਹਨਾਂ ਦੇ ਤਰਫ ਵੇਖ ਕਰਕੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ, ਲੇਹੁ ਡੱਲਾ ਨਿਜ ਰੋਜ ਬਹਾਨਾ। ਮਹਾਰਾਜ ਕਹਿਣ ਲੱਗੇ ਭਾਈ ਡੱਲਿਆ ਆ ਰੋਜ਼ੀਨਾ ਵਰਤ ਰਿਹਾ ਵਾ ਤੇ ਤੂੰ ਵੀ ਲੈ ਲਾ, ਵੀ ਮਾਇਆ ਵਰਤ ਰਹੀ ਹੈ, ਤਨਖਾਹਾਂ ਦਿੱਤੀਆਂ ਜਾ ਰਹੀਆਂ ਤੇ ਤੂੰ ਵੀ ਆਪਣੀ ਫੌਜ ਵਾਸਤੇ ਲੈ ਲਾ। ਅਪਰ ਕਾਮਨਾ ਪੀ ਲਿਓ ਸੰਗ। ਹੋਰ ਵੀ ਤੇਰੀ ਕੋਈ ਕਾਮਨਾ ਇੱਛਾ ਹੈ ਤੇ ਉਹ ਵੀ ਲੈ ਲੈਣਾ ਕਰ ਨਾਲ। ਜਾਚ ਲੇਹੁ ਆਪਣੋ ਹਿਤ ਅੰਗ। ਆਪਣੇ ਅੰਗਾਂ ਦੇ ਹਿੱਤ, ਅੰਗਾਂ ਸਾਕਾਂ ਦੇ ਵਾਸਤੇ ਵੀ ਮੰਗ ਲੈਣਾ ਕਰ। ਇਹ ਜੋ ਰੋਜ਼ੀਨਾ ਹੈ ਸੋਨ ਡੱਲੇ ਕਰ ਜੋਰੇ ਉਜਾਰੀ। ਮਹਾਰਾਜ ਜੀ ਦਾ ਬਚਨ ਸੁਣ ਕਰਕੇ ਭਾਈ ਡੱਲੇ ਨੇ ਫੇਰ ਹੱਥ ਜੋੜ ਕੇ ਅਰਜ਼ ਕੀਤੀ, ਪਾਤਸ਼ਾਹ ਦਿਓ ਬਰਖਾ ਬਾਣੀ। ਫੇਰ ਸੱਚੇ ਪਾਤਸ਼ਾਹ ਕਿਰਪਾ ਕਰੋ ਮੀਂਹ ਦਾ ਪਾਣੀ ਦਿਓ ਜੀ, ਆਪ ਜੀ ਵਰਖਾ ਕਰਵਾਓ। ਪ੍ਰਾਨੀ ਹਰਖੈ ਜਿਸ ਦੇ ਸਾਰੇ। ਜਿਸ ਕਰਕੇ ਮਹਾਰਾਜ ਸਾਰੇ ਦੇਸ਼ ਦੇ ਲੋਕ ਖੁਸ਼ ਹੋ ਜਾਣਗੇ, ਸਾਰੇ ਪ੍ਰਾਣਾਧਾਰੀ ਮਹਾਰਾਜ ਪ੍ਰਸੰਨ ਹੋ ਜਾਣਗੇ। ਪ੍ਰਾਣੀ ਤੋਂ ਭਾਵ ਕੱਲਾ ਮਨੁੱਖ ਹੀ ਨਹੀਂ ਹੈ, ਜਿੰਨੇ ਪ੍ਰਾਣਾਂ ਨਾਲ ਚੱਲਦੇ ਉਹ ਸਾਰੇ, ਪਸ਼ੂ ਵੀ ਪ੍ਰਾਣਾਂ ਨਾਲ ਚੱਲਦੇ, ਪੰਛੀ ਵੀ ਪ੍ਰਾਣਾਂ ਨਾਲ ਚੱਲਦੇ, ਪ੍ਰਾਣਾਧਾਰੀਆਂ ਨੂੰ ਵੀ ਭੁੱਖ ਪਿਆਸ ਲੱਗਦੀ ਹੈ।
ਤੇ ਸਾਰੇ ਜਿੰਨੀਆਂ ਚੂਨਾ ਵੀ ਮੀਂਹ ਤੇ ਸਾਰਿਆਂ ਨੂੰ ਪਾਣੀ ਤੇ ਸਾਰਿਆਂ ਨੂੰ ਚਾਹੀਦਾ ਹੈ। ਮਹਾਰਾਜ ਸਾਰੇ ਹੀ ਜਿੰਨੇ ਪ੍ਰਾਣੀ ਹਨ ਉਹ ਸਾਰੇ ਖੁਸ਼ ਹੋ ਜਾਣਗੇ, ਪ੍ਰਸੰਨ ਹੋ ਜਾਣਗੇ ਜਦੋਂ ਮੀਂਹ ਪੈ ਜਾਵੇਗਾ। ਇਸ ਦੇ ਅਮਰ ਨ ਚਾਹ ਉਦਾਰੇ, ਮਹਾਰਾਜ ਇਹਦੇ ਤੋਂ ਪਰੇ ਹੋਰ ਕੋਈ ਮੈਨੂੰ ਚਾਹਨਾ ਨਹੀਂ ਹੈ ਵੱਡੀ। ਖੁਸ਼ੀ ਆਪ ਕੀ ਸਭ ਜਨ ਉਪਰ, ਮਹਾਰਾਜ ਆਪ ਜੀ ਦੀ ਸਾਰਿਆਂ ਉੱਤੇ ਖੁਸ਼ੀ ਹੋਵੇ। ਘਣੀ ਦੇਹੋ ਵਰਖਾ ਅਬ ਭੂਵਰ, ਜ਼ਮੀਨ ਦੇ ਉੱਤੇ ਬਹੁਤੀ ਵਰਖਾ ਦਿਓ ਮਹਾਰਾਜ, ਭੂਮੀ ਦੇ ਉੱਤੇ ਬਹੁਤਾ ਮੀਂਹ ਪਵੇ, ਸਾਰੇ ਮਨੁੱਖਾਂ ਨੂੰ, ਸਾਰੇ ਪਸ਼ੂਆਂ ਪੰਛੀਆਂ ਨੂੰ ਖੁੱਲਾ ਪਾਣੀ ਮਿਲ ਜਾਵੇ। ਬਹੁਤ ਮਹੀਨਿਆਂ ਦੀ ਔੜ ਲੱਗੀ ਹੋਈ ਹੈ ਸਤਿਗੁਰੂ ਜੀ। ਮੌਨ ਭਏ ਕੈ ਗੁਣ ਖਾਨੀ, ਪਰ ਮੌਜ ਦੇ ਮਾਲਕ ਦਾ ਸਤਿਗੁਰੂ ਡੱਲੇ ਦੀ ਇਹ ਫੇਰ ਦੂਸਰੀ ਵਾਰ ਕੀਤੀ ਹੋਈ ਬੇਨਤੀ ਸੁਣ ਕਰਕੇ ਸਤਿਗੁਰੂ ਜੀ ਚੁੱਪ ਕਰ ਗਏ ਗੁਣਾਂ ਦੇ ਖਜ਼ਾਨੇ। ਸਭ ਚਾਹਿ ਸਰ ਰਹਿਓ ਨ ਪਾਨੀ, ਪਰ ਹਿਰਦੇ 'ਚ ਵਿਚਾਰਦੇ ਆ ਮਹਾਰਾਜ ਕਿ ਭਾਈ ਡੱਲਾ ਵੀ ਮੀਂਹ ਚਾਹੁੰਦਾ ਹੈ ਤੇ ਬਾਕੀ ਵੀ ਸਾਰੇ ਲੋਕ ਹੁਣ ਪਾਣੀ ਚਾਹੁੰਦੇ ਆ, ਕਿਉਂਕਿ ਸਰੋਵਰਾਂ ਵਿੱਚੋਂ, ਤਲਾਵਾਂ ਵਿੱਚੋਂ, ਟੋਭਿਆਂ 'ਚੋਂ ਪਾਣੀ ਮੁੱਕ ਗਿਆ, ਕਿਸੇ ਸਰੋਵਰ 'ਚ ਪਾਣੀ ਨਹੀਂ ਰਹਿ ਗਿਆ ਹੈ। ਤਬ ਉਠ ਗਮਨਿਓ ਡੱਲਾ ਘਰ, ਤਾਂ ਕੁਝ ਸਮਾਂ ਡੱਲਾ ਬੈਠਾ ਰਿਹਾ। ਮਹਾਰਾਜ ਨੇ ਕੋਈ ਵਚਨ ਨਹੀਂ ਕੀਤਾ ਮੀਂਹ ਦੇ ਬਾਰੇ। ਫਿਰ ਮਹਾਰਾਜ ਸਾਹਿਬ ਜੀ ਦੀ ਮੌਜ ਵੇਖ ਕਰਕੇ, ਸਤਿਗੁਰੂ ਜੀ ਦਾ ਰੁਖ ਵੇਖ ਕਰਕੇ ਭਾਈ ਡੱਲਾ ਨਮਸਕਾਰ ਕਰਕੇ ਉੱਠ ਕੇ ਆਪਣੇ ਘਰ ਨੂੰ ਚਲੇ ਗਿਆ। ਨਿਤ ਹਰ ਖਾਏ ਸੇਵ ਕਰ ਗੁਰੂ, ਪਰ ਨਿਤਾ ਪ੍ਰਤੀ ਸੇਵਾ ਕਰਦਾ ਗੁਰੂ ਸਾਹਿਬ ਜੀ ਦੀ, ਬਹੁਤ ਸੇਵਾ ਕੀਤੀ ਭਾਈ ਡੱਲੇ ਜੀ ਨੇ। ਤੇ ਸੇਵਾ ਕਰਕੇ ਗੁਰੂ ਸਾਹਿਬ ਜੀ ਦੀ ਹਰ ਰੋਜ਼ ਪ੍ਰਸੰਨ ਕਰਦਾ ਹੈ, ਗੁਰੂ ਕੀ ਖੁਸ਼ੀ ਲੈਂਦਾ ਹੈ। ਸੋ ਦਿਨ ਜਾਮਨ ਬੀਤੇ ਜਗੈ, ਉਹ ਦਿਨ, ਇਹ ਜਿਸ ਦਿਨ ਬੇਨਤੀ ਕੀਤੀ, ਇਹ ਦੂਸਰੀ ਵਾਰੀ ਕੀਤੀ ਨਾ ਬੇਨਤੀ, ਇਹ ਦਿਨ ਵੀ ਬੀਤ ਗਿਆ ਤੇ ਰਾਤ ਵੀ ਬੀਤ ਗਈ। ਜਦੋਂ ਦਰਸ ਕਰਨ ਆਇਓ ਮਨ ਦਬੈ, ਤਾਂ ਫਿਰ ਅਗਲੇ ਦਿਨ ਫਿਰ ਜਦੋਂ ਦਰਸ਼ਨ ਕਰਨ ਵਾਸਤੇ ਆਇਆ, ਬੈਠ ਗਇਓ ਗੁਰ ਕੇ ਜਿਤੇ ਆਇਓ, ਨਮਸਕਾਰ ਕਰਕੇ ਬੈਠ ਗਿਆ ਤੇ ਗੁਰੂ ਸਾਹਿਬ ਦੇ ਚਿੱਤ ਦੇ ਵਿੱਚ ਫਿਰ ਐਸਾ ਆਇਆ ਹੈ ਜਥਾ ਤੁਰਕ ਸੋ ਲਿਖਿਓ ਪਠਾਇਓ, ਵੀ ਜਿਵੇਂ ਨਿਡਰਤਾ ਦੇ ਸਹਿਤ ਤੁਰਕ ਨੂੰ ਜਵਾਬ ਦਿੱਤਾ ਭਾਈ ਡੱਲੇ ਸਰਹੰਦ ਦੇ ਸੂਬੇ ਵਜੀਦ ਖਾਨ, ਉਹ ਮਹਾਰਾਜ ਦੇ ਖਿਆਲ ਵਿੱਚ ਆਇਆ ਜਿਵੇਂ ਇਹਨੇ ਲਿਖ ਕੇ ਚਿੱਠੀ ਭੇਜੀ ਹੈ। ਹੋਏ ਪਰੇਸ਼ਾਨ ਦਿਓ ਕੁਛ ਚਾਹਤ, ਸਤਿਗੁਰੂ ਜੀ ਖੁਸ਼ ਹੋ ਕੇ ਕੁਝ ਦੇਣਾ ਚਾਹੁੰਦੇ ਡੱਲੇ ਨੂੰ। ਰੀਝ ਬਚਾਏ ਨਾ ਦੇਤ ਹੁਮਾਹਤ, ਜਿਹੜੇ ਰੀਝੇ ਹੋਏ ਆ ਨਾ ਮਹਾਰਾਜ, ਉਹ ਆਪਣੀ ਰੀਝ ਨੂੰ ਆਪਣੇ ਅੰਦਰ ਪਹੁੰਚਾਉਣਾ ਨਹੀਂ ਚਾਹੁੰਦੇ। ਮਹਾਰਾਜ ਸਾਹਿਬ ਜੀ ਉਤਸ਼ਾਹ ਦੇ ਨਾਲ ਦੇਣਾ ਚਾਹੁੰਦੇ ਹਨ। ਗਰੀਬ ਨਵਾਜ ਸਾਹਿਬ ਜੀ ਦੇ ਅੰਦਰ ਜਿਹੜਾ ਉਛਾਲਾ ਹੈ, ਉਤਸ਼ਾਹ ਹੈ, ਉਹ ਉਛਲੇ ਰਿਹਾ ਹੈ ਵੀ ਡੱਲੇ ਨੂੰ ਕੁਝ ਦਿੱਤਾ ਜਾਵੇ। ਡੱਲੇ ਵਿਰਾੜ ਜਾਜ ਅਬਲੇ, ਮਹਾਰਾਜ ਕਹਿਣ ਲੱਗੇ ਭਾਈ ਡੱਲੇ ਬੈਰਾੜ ਹੁਣ ਕੁਝ ਸਾਡੇ ਤੋਂ ਮੰਗ ਲੈਣਾ ਕਰ। ਜੋ ਮੁਖ ਕਹਿ ਤਥਾ ਕਰ ਦੇਓ, ਜੋ ਤੂੰ ਮੁਖ ਤੋਂ ਕਹੇਗਾ ਮੰਗੇਗਾ, ਮਹਾਰਾਜ ਕਹਿੰਦੇ ਉਸੇ ਤਰ੍ਹਾਂ ਕਰ ਦੇਵਾਂਗੇ, ਉਹ ਕੁਝ ਦੇ ਦੇਵਾਂਗੇ। ਸ੍ਰੀ ਪ੍ਰਭ ਪਾਤਸ਼ਾਹ ਗੁਰ ਸਾਚੇ, ਹੇ ਸ੍ਰੀ ਪ੍ਰਭੂ ਜੀ ਸੱਚੇ ਪਾਤਸ਼ਾਹ ਗੁਰੂ ਜੀ, ਦੇਹੋ ਮਰਤਾ ਪ੍ਰਾਨੀ ਸਭ ਜਾਚੇ। ਮਹਾਰਾਜ ਮੇਰੀ ਬੇਨਤੀ ਇਹੀ ਆ, ਸਾਰੇ ਪ੍ਰਾਣਾ ਧਾਰੀ ਮੀਂਹ ਮੰਗਦੇ ਆ, ਸੋਕਾ ਪਿਆ ਹੋਇਆ, ਔੜ ਲੱਗੀ ਹੋਈ ਆ, ਤੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੀਂਹ ਦੇ ਦਿਓ ਜੀ। ਇਹ ਤੀਸਰੀ ਵਾਰੀ ਫੇਰ ਬੇਨਤੀ ਭਾਈ ਡੱਲੇ ਨੇ ਇਹੀ ਮੀਂਹ ਮੰਗਣ ਦੀ ਕੀਤੀ। ਸੰਤ ਪਰਮਾਨ ਕਿਰਪਾਲ ਮਹਾਨਾ, ਇਹ ਤੀਸਰੀ ਬੇਨਤੀ ਭਾਈ ਡੱਲੇ ਜੀ ਦੀ ਸੁਣ ਕਰਕੇ ਸਤਿਗੁਰੂ ਬਹੁਤੇ ਪ੍ਰਸੰਨ ਹੋ ਗਏ। ਕਿਰਪਾ ਦਾ ਘਰ ਕਿਰਪਾਲੂ ਮਹਾਨ ਖੁਸ਼ ਹੋਏ। ਸ੍ਰੀ ਮੁਖ ਤੇ ਮੁਸਕਾਏ ਮਹਾਨਾ, ਸੁਭਾਏਮਾਨ ਮੁਖ ਤੋਂ ਮੁਸਕਰਾਉਂਦਿਆਂ ਹੋਇਆਂ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ, ਬਚਨ ਜੱਟ ਦਾ ਬੋਲ ਬਾਣੀਏ ਦੀ ਚੁੱਪ, ਗੁਰੂ ਦਾ ਬਾਗ ਬ੍ਰਾਹਮਣ ਦਾ ਸਾਗ। ਮਹਾਰਾਜ ਨੇ ਫਿਰ ਬਚਨ ਕਹੇ ਸਾਧ ਸੰਗਤ ਜੀ, 4 ਬਚਨ। ਪਹਿਲਾ ਕਿਹਾ ਵੀ ਜੱਟ ਦਾ ਬੋਲ, ਨਾਲੇ ਹੱਸ ਰਹੇ ਆ ਕਲਗੀਧਰ ਪਾਤਸ਼ਾਹ ਮਹਾਨ ਹੀ ਖੁਸ਼ ਹੋਏ ਆ। ਤੇ ਫਿਰ ਕਹਿਣ ਲੱਗੇ ਜੱਟ ਦਾ ਬੋਲ, ਵੀ ਜੱਟ ਦਾ ਬੋਲ ਜਿਹੜਾ ਵਾ ਇਹ ਵੀ ਜੇ ਜੋ ਬੋਲ ਦਵੇ ਫਿਰ ਉਹ ਆਪਣੇ ਬੋਲ ਨੂੰ ਜੇ ਕੁਝ ਮੰਗ ਲਵੇ ਬੋਲ ਕੇ ਵੀ ਉਹ ਖੜੇ ਪੈ ਜਾਂਦਾ, ਫਿਰ ਜੱਟ ਵੀ ਉਹ ਮੰਗ ਕੇ ਹੀ ਰਹਿੰਦਾ। ਜੱਟ ਆਪਣੇ ਬੋਲ ਨੂੰ ਪੂਰਾ ਕਰਾ ਕੇ ਹੀ ਹਟਦਾ। ਮਹਾਰਾਜ ਕਹਿੰਦੇ ਵੀ ਜੱਟ ਦਾ ਬੋਲ ਐਸਾ
ਤੇ ਬਾਣੀਏ ਦੀ ਚੁੱਪ, ਬਾਣੀਏ ਦੀ ਚੁੱਪ ਜਿਹੜੀ ਉਹ ਵੀ ਇਸ ਤਰ੍ਹਾਂ ਹੀ ਹੈ ਵੀ ਉਹ ਬੋਲਦਾ ਨਹੀਂ, ਉਹ ਚੁੱਪ ਕਰ ਜਾਂਦਾ ਹੈ, ਪਰ ਚੁੱਪ ਦੇ ਵਿੱਚ ਵੀ ਉਹ ਸਾਰਾ ਆਪਣਾ ਲੇਖਾ ਜੋਖਾ ਪੂਰਾ ਕਰ ਲੈਂਦਾ, ਉਹ ਮੂੰਹ ਤੋਂ ਨਹੀਂ ਬੋਲਦਾ। ਤੇ ਜੱਟ ਜਿਹੜਾ ਵਾ ਇਹ ਮੂੰਹੋਂ ਬੋਲਦਾ ਜ਼ਿਆਦਾ। ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ, ਕਿਉਂਕਿ ਹੈ ਫਰਕ ਤਸੀਰ ਤੇ ਹੈ ਹੀ ਆ। ਸਤਿਗੁਰੂ ਕਹਿੰਦੇ ਵੀ ਜੱਟ ਦਾ ਬੋਲ, ਵੀ ਜੱਟ ਬੋਲਦਾ ਵੇ ਤੇ ਫਿਰ ਆਪਣੀ ਗੱਲ ਨੂੰ ਪੂਰੀ ਕਰਕੇ ਛੱਡਦਾ ਵਾ, ਏਡਾ ਵੀ ਫਿਰ ਹੱਥ ਹੀ ਧਾਰਨ ਕਰ ਲੈਂਦਾ। ਤੇ ਬਾਣੀਆ ਚੁੱਪ ਕਰ ਜਾਂਦਾ ਵਾ, ਤੇ ਉਹਦੀ ਚੁੱਪ ਬੜੀ ਖਤਰਨਾਕ ਵਾ ਵੀ ਉਹ ਚੁੱਪ ਦੇ ਨਾਲ ਹੀ ਆਪਦਾ ਕੰਮ ਕੱਢ ਜਾਂਦਾ, ਮੂੰਹ ਤੋਂ ਨਹੀਂ ਉਹਨੇ ਕੁਝ ਬੋਲਣਾ। ਉਹਨੇ ਕਿਹਾ ਵੀ ਆਪਾਂ ਬੋਲ ਕੇ ਕਾਹਤੋਂ ਵਿਗਾੜਨੀ ਆ, ਕੋਈ ਵਿਆਜ ਤੇ ਲਾ ਹੀ ਦੇਣਾ। ਇਸ ਕਰਕੇ ਉਹ ਬਾਣੀਏ ਦੀ ਚੁੱਪ ਜਿਹੜੀ ਆ ਉਹ ਚੁੱਪ ਨਾਲ ਹੀ ਕੰਮ ਕਰ ਲੈਂਦਾ। ਤੇ ਗੁਰੂ ਕਾ ਵਾਕ ਵੀ ਪੂਰਾ ਹੁੰਦਾ। ਤੀਜਾ ਵਚਨ ਕੀਤਾ ਗੁਰੂ ਕਾ ਵਾਕ, ਗੁਰੂ ਸਾਹਿਬ ਦਾ ਜਿਹੜਾ ਵਚਨ ਵਾ ਉਹ ਨਹੀਂ ਬਿਰਥਾ ਜਾਂਦਾ। ਚੌਥਾ ਕੀਤਾ ਬ੍ਰਾਹਮਣ ਦਾ ਸਾਥ, ਜਿਹੜਾ ਪਿਛਲੇ ਸਮੇਂ 'ਚ ਬ੍ਰਾਹਮਣ ਹੀ ਸਾਥ ਕਰਦੇ ਹੁੰਦੇ ਸੀ ਨਾ ਵਿੱਚ ਪੈ ਕਰਕੇ, ਤੇ ਬ੍ਰਾਹਮਣ ਨੂੰ ਧਰਮੀ ਮੰਨਿਆ ਜਾਂਦਾ ਸੀ, ਆਗੂ ਮੰਨਿਆ ਜਾਂਦਾ ਸੀ, ਤੇ ਬ੍ਰਾਹਮਣ ਹੀ ਸਾਖ ਵਿੱਚ ਵਿਚੋਲਾ ਬਣ ਕੇ ਕਰਾਉਂਦਾ ਸੀ। ਬ੍ਰਾਹਮਣ ਦਾ ਕਰਾਇਆ ਹੋਇਆ ਸਾਖ ਵੀ ਨੇਪੜੇ ਲੱਗਦਾ ਸੀ। ਗੁਰੂ ਕਾ ਬਚਨ ਜਿਹੜਾ ਉਹ ਪੂਰਾ ਹੁੰਦਾ। ਇਹ 4 ਬਚਨ ਮਹਾਰਾਜ ਨੇ ਕਹੇ ਉਸ ਵੇਲੇ। ਚੌਪਈ ਇਹ ਛੁਛੇ ਮੈਂ ਜਾਏ ਕਦਾਈ, ਮਹਾਰਾਜ ਕਹਿੰਦੇ ਵੀ ਇਹ ਖਾਲੀ ਨਹੀਂ ਕਦੀ ਜਾਂਦੇ। ਜੱਟ ਦਾ ਬੋਲਿਆ ਨਹੀਂ ਖਾਲੀ ਜਾਂਦਾ, ਬਾਣੀਏ ਤੇ ਚੁੱਪ ਕੀਤਾ ਨਹੀਂ ਖਾਲੀ ਜਾਂਦਾ, ਗੁਰੂ ਦਾ ਵਾਕ ਨਹੀਂ ਖਾਲੀ ਜਾਂਦਾ, ਤੇ ਬ੍ਰਾਹਮਣ ਦਾ ਸਾਕ ਨਹੀਂ ਖਾਲੀ ਜਾਂਦਾ। ਇਹ ਕਦੀ ਖਾਲੀ ਨਹੀਂ ਜਾਂਦੇ ਚਾਰੇ। ਚਾਹੇ ਜੋ ਚਿਤ ਮੈਂ ਲੈ ਬੜੇ ਆਈ, ਜੋ ਚਾਹੁੰਦੇ ਆ ਨਾ ਤੇ ਆ ਜੱਟ ਜੋ ਚਾਹੁੰਦਾ ਵਾ ਫਿਰ ਉਹ ਜੋਰਾ ਜਬਰੀ ਵਾਰ-ਵਾਰ ਕਹਿ ਕੇ ਲੈ ਹੀ ਲੈਂਦਾ ਹੈ। ਜੱਟ ਕਿੰਨੇ ਤਾਂ ਕੰਧ ਦੀ ਕਿੰਨੇ, ਕਲਗੀਧਰ ਪਾਤਸ਼ਾਹ ਮੌਜ ਦੇ ਵਿੱਚ ਖੁਸ਼ ਹੋਏ ਤੇ ਕਹਿਣ ਲੱਗੇ ਕਿ ਜੱਟ ਜੇ ਮੰਗਣ ਲੱਗ ਪਵੇ ਤਾਂ ਕੰਧ ਤੋਂ ਵੀ ਲੈ ਲਵੇ। ਜੱਟ ਜੇ ਮੰਗਣ ਲੱਗ ਪਵੇ, ਮਹਾਰਾਜ ਕਹਿੰਦੇ ਤਾਂ ਕੰਧ ਦੇ ਕੋਲੋਂ, ਕੰਧ ਨੇ ਕੀ ਦੇਣਾ? ਸੁਭਾਵਿਕ ਬਚਨ। ਮਹਾਰਾਜ ਕਹਿੰਦੇ ਤਾਂ ਕੰਧ ਕੋਲੋਂ ਵੀ ਲੈ ਛੱਡੇ। ਤੇ ਹੋਰ ਕਿਸੇ ਦੇ ਪਾਸ ਤਾਂ ਇਹ ਕਿਉਂ ਨਾ ਲਵੇ, ਇਹ ਜੱਟ ਦਿਹਾੜੀ ਤੇ ਆ ਜਾਵੇ ਤਾਂ ਕੰਧ ਨੂੰ ਬੁਲਾ ਛੱਡੇ, ਇਹ ਤਾਂ ਕੰਧ ਤੋਂ ਲੈ ਲਵੇ। ਮਹਾਰਾਜ ਕਹਿਣ ਲੱਗੇ ਜਾ ਡੱਲਿਆ ਹੁਣ ਦੇਰੀ ਨਾ ਲਾ, ਸਾਰੇ ਟੋਭੇ ਹੁਣ ਸਾਫ਼ ਕਰਾ, ਤੂੰ ਮੀਂਹ ਦੇ ਅੜ ਖਲੋਤਾ। ਇਹ ਤੀਜਾ ਦਿਨ ਹੋ ਗਿਆ ਵਾ, 3 ਦਿਨਾਂ ਚ ਮਹਾਰਾਜ ਖੁਸ਼ ਹੋ ਕੇ ਕਹਿੰਦੇ ਡੱਲਿਆ ਕੁਝ ਮੰਗ, ਤੇ 3 ਦਿਨ ਮੀਂਹ ਮੰਗਦਾ ਰਿਹਾ। ਪਹਿਲੇ ਦਿਨ ਵੀ ਆਖਿਆ ਮਹਾਰਾਜ ਸੋਕਾ ਪਿਆ, ਸਾਰੇ ਜੀ ਜੰਤ ਦੁਖੀ ਹੋ ਰਹੇ ਆ, ਬਰਖਾ ਪਵਾ ਦੋ। ਦੂਜੇ ਦਿਨ ਫਿਰ ਬਚਨ ਕੀਤਾ, ਕਹਿੰਦਾ ਮਹਾਰਾਜ ਕਿਰਪਾ ਕਰੋ ਮੀਂਹ ਪਵਾ ਦੋ। ਤੀਜੇ ਦਿਨ ਫਿਰ ਮਹਾਰਾਜ ਫਿਰ ਕੀਤਾ, ਕਹਿਣ ਲੱਗੇ ਵੀ ਇਹ ਜੱਟ ਦਾ ਬਚਨ, ਇਹ ਤੇ ਅੜ ਖਲੋਤਾ ਬੈਰਾੜ ਜੱਟ। ਤਾਂ ਫਿਰ ਇੱਕ ਧੰਨਾ ਜੱਟ ਵੀ ਹੋਇਆ ਨਾ, ਉਹਨੇ ਵੀ ਐਸਾ ਹੀ ਕੀਤਾ ਸੀ। ਉਹਨੇ ਵੀ ਹੱਥ ਕੀਤਾ ਸੀ ਕਿ ਹੁਣ ਇਹ ਪ੍ਰਭੂ ਪ੍ਰਗਟ ਹੋ ਕਰਕੇ ਭੋਗ ਲਾਏਗਾ, ਛਕੇਗਾ ਤਾਂ ਫੇਰ ਹੀ ਮੈਂ ਛਕਾਂਗਾ। 3 ਦਿਨ ਬੈਠਾ ਰਿਹਾ ਸੀ ਭੁੱਖਾ ਤੇ ਆਇਆ। ਭਾਈ ਗੁਰਦਾਸ ਸਾਹਿਬ ਜੀ ਦੀ ਵਾਰਾਂ ਦੇ ਵਿੱਚ ਪੌੜੀ ਆਉਂਦੀ ਆ, ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਆਵੇ। ਧੰਨੇ ਡਿੱਠਾ, ਧੰਨੇ ਨੇ ਇਹ ਜਦੋਂ ਕੌਤਕ ਵੇਖਿਆ ਸਾਰਾ, ਪੁੱਛਿਆ ਬਾਹਮਣ ਆਪ ਸੁਣਾਵਾ। ਤਾਂ ਉਸ ਵੇਲੇ ਉਹ ਬ੍ਰਾਹਮਣ ਨੂੰ ਪੁੱਛਿਆ ਵੀ ਇਹ ਕੀ ਕਰਦਾ? ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਆਵੇ, ਧੰਨੇ ਡਿੱਠਾ ਚਲਤ ਇਹੋ, ਪੁੱਛੇ ਬਾਹਮਣ ਆਪ ਸੁਣਾਵੇ। ਠਾਕੁਰ ਦੀ ਸੇਵਾ ਕਰੇ, ਜੋ ਇੱਛਾ ਸੋਈ ਫਲ ਪਾਵੇ। ਉਹ ਬ੍ਰਾਹਮਣ ਨੇ ਆਖਿਆ ਵੀ ਧੰਨਿਆ ਜੱਟਾ, ਇਹ ਮੈਂ ਠਾਕੁਰ ਦੀ ਸੇਵਾ ਕਰਦਾ, ਪੂਜਾ ਕਰਦਾ। ਧੰਨਾ ਭੋਲਾ ਭਾਲਾ, ਗਾਵਾਂ ਚਾਰਨ ਵਾਲਾ, ਜ਼ਮੀਨ ਦਾ ਕੰਮ ਕਰਨ ਵਾਲਾ। ਕਹਿਣ ਲੱਗਾ ਵੀ ਠਾਕੁਰ ਦੀ ਸੇਵਾ ਕੀਤਿਆਂ ਕੀ ਹੁੰਦਾ ਪੰਡਤ ਜੀ? ਅਗਲੀ ਪੰਕਤੀ ਭਾਈ ਗੁਰਦਾਸ ਸਾਹਿਬ ਜੀ ਦੀ ਹੈ ਜੋ ਬਾਹਮਣ ਨੇ ਆਖਿਆ, ਠਾਕੁਰ ਦੀ ਸੇਵਾ ਕਰੇ, ਜੋ ਇੱਛਾ ਸੋਈ ਫਲ ਪਾਵੇ। ਧੰਨਿਆ ਠਾਕੁਰ ਦੀ ਸੇਵਾ ਕਰੀਏ, ਜੋ ਮੰਗੀਏ ਉਹ ਮਿਲ ਜਾਂਦਾ। ਧੰਨਾ ਕਰਦਾ ਜੋਦੜੀ, ਮੈਂ ਭੇ ਦੇਹ ਇੱਕ ਜੇ ਤੁਧ ਭਾਵੈ। ਪੰਡਤ ਜੀ ਜੇ ਤੈਨੂੰ ਚੰਗਾ ਲੱਗੇ ਤੇ ਇੱਕ ਮੈਨੂੰ ਵੀ ਦੇ ਦੇ, ਠਾਕੁਰ ਮੈਂ ਵੀ ਕਰ ਲਵਾਂ ਸੇਵਾ। ਮੂੰਹ ਮੰਗੀਆਂ ਮੁਰਾਦਾਂ ਮੈਂ ਵੀ ਪਾ ਲਵਾਂ ਠਾਕੁਰ ਦੇ ਕੋਲੋਂ। ਧੰਨਾ ਕਰਦਾ ਜੋਦੜੀ, ਮੈਂ ਭੇ ਦੇਹ ਇੱਕ ਜੇ ਤੁਧ ਭਾਵੈ। ਪੱਥਰ ਇੱਕ ਲਪੇਟ ਕਰ, ਦੇ ਧੰਨੇ ਨੂੰ ਗੈਲ ਛੁਡਾਵੇ।
ब्राह्मण ने फिर ठगी मारी है धन्ने दे नाल। उन्हें कहा जट काबू आया, एक पत्थर लपेट के 5 क सेर का कपड़े दे विच ते धन्ने नूं दे दिता, अपना पल्ला छड़ाया। पत्थर एक लपेट कर दे धन्ने नूं गैल छुड़ावे। हुण धन्ना लैके भावना ना घरे आ गया। ठाकुर नूं नवाल कै शाही रोटी लै भोग चढ़ावे। इशनान कराया ठाकुर दा, प्रशादा तैयार किया, नाल लस्सी रख लई जिवें दा आप घरे छकदा सी। शाही रोटी लै, शाहे कहंदे छाछ लस्सी नाल रोटी रख करके ते बेनतियां करदा भी ठाकुर जी भोग लाओ छको। भोग लाउण दा मतलब तुसीं छको। भाई गुरदास साहब जी की पंक्ति है, ठाकुर नूं नवाल कै शाही रोटी लै भोग चढ़ावै। हों की मोह ना जुठालसां तू रूठा मोहे केहो ना सुखावे। कहंदा मैं भी मूँह जूठा नहीं करना ठाकुर जी, जे तू रुस गया तो मैनू भी नहीं चंगा लगता। कोई बेनतियां करदा भी पंडित जी कोलों ते रोज छकदे हो, मेरे कोलों भी छको। एक दिन लंघ गया, रात लंघ गई, दूजा भी लंघ गया, तीजा दिन भी बैठा ला के चौंकड़ा, कुछ नहीं मूँह च पाया। कहंदा मैं मूँह च की पाउणा, मैं मूँह जूठा ही नहीं करना। हों भी मोह ना जुठालसां तू रूठा मोहे क्यों ना सुखावे। जदों बेनतियां कीतियां तरले पाए, जिवें इत्थे कलगीधर पातशाह कहंदे ना भी जट अड़ी कर लवे, जट पिन्ने तां कंध थी किन्ने, अपर पास दे क्यों ना है लिले। कि ये तां हट करके बह जावे ते कंध नूं बुला लवे। बेनतियां करदा तरले पाउंदा ते फिर आवाज़ आई आ भगतमाला च लिखिया। इसे तरह होर गुरमुखां दा कथन, आकाश आवाज़ आई है भी धन्निया कभी पत्थर भी रोटी खांदे हुंदे, तू पत्थर दे अगे रख के बैठा। ते धन्ने ने बेनती की भी महाराज मैं किहड़ा पत्थर नूं खवाउणा, मैं तां ठाकुर नूं छकाउणा, मालक नूं, सृष्टि दे मालक। पत्थर बोलदे भी नहीं ना हुंदे, जे रोटी नहीं खांदे ते बोलण वालिया सामने हो, दर्शन दे। ते फिर अगली पंक्ति लिखी, जदों बेनतियां कीतियां ना, हों भी मोह ना जुठालसां तू रूठा मोहे केहो ना सुखावे। गोसाई प्रतख होए रोटी खाए शाहे मोहे लावे। मालिक प्रतख हो गया, अगे सामने धन्ने दे चौकड़ा ला के बैठा रब परमेश्वर, दर्शन देते। फिर प्रशादा छकदे, लस्सी भी नाल पीती है। ते फिर धन्ने ने बेनती की भी पहला तो दर्शन ही नहीं सी देता, हुण जे दिते तो सारा ही छक लिया, मैं भी तो 3 दिनों का भुखा ही बैठा ना, मैनू भी सीत प्रसाद दे दे। फिर सीत प्रसाद लिया। गोसाई प्रतख होए रोटी खाए शाहे मोहे लावे, भोला भाओ गोबिंद मिलावे। भोले भा करके गोबिंद नाल मिलाप होया। उंज धर्म के मार्ग दे विच जटपुणा नहीं है, पर संसारी तौर के उत्ते जिहड़ा वा ना वो जातां बरादरियां बणियां कम्मां करके बणियां होईयां। जदों भगत धन्ने का नाम बाणी विच आउंदा ते उस थां दे उत्ते इह जिक्र आउंदा भी वो जट। इसे तरीके दे नाल बाकी भी ये भावें संसारी तौर पर जातियां बरादरियां बणियां, जदों धर्म का मार्ग उत्थे गई तां फिर कहण लगे, इतिहास का भगत धरना जी का बड़ा लम्मा, कहने लगे भी धन्निया कोई जी का कुछ रोटी पानी खाइए तो फिर कोई काम भी करीदा वा, ते दस कोई काम करिए। हुण कहंदे काम ते अपने सारे करन वाले, गावां भी चारनियां वा ते खूह भी चलाउणा वा ते करिए सारे काम। ते फिर परमेश्वर ने धन्ने दा खूह भी चलाया ते गावां भी चारियां। ते वो पंडित नूं पता लग गया कि भगत धन्ने नूं तां दर्शन दे दिते मालक ने, सारे पासे ये महिमा फैल गई कि धन्ने नूं दर्शन दिते। ते जदों पंडित नूं पता लगा वो भज के आया, कहंदा खूह ते आ गया भगत धन्ने दे खूह ते। भगत धन्ने जी का राजस्थान च पिंड वा, धियाऊं नगर वा, टांक जिला पैंदा, धियाऊं पिंड। ते उस थां दे उत्ते अज भी वो खूह हैगा जिहड़ा खूह परमेश्वर जी ने चलाया। और उस थां दे उत्ते सेवा करवाई है सत्कारयोग कार सेवा वाले महापुरख, सरियाली वाले महापुरख संत बाबा तारा सिंह जी, उन्हां दे सेवक महापुरख सत्कारयोग बाबा लखा सिंह जी कोटे वाले,
ਉਹਨਾਂ ਗੁਰਮੁਖਾਂ ਨੇ ਉਸ ਸਥਾਨ ਤੇ ਸੇਵਾ ਕਰਵਾਈ ਹੈ ਤੇ ਕੁਝ ਸਾਲ ਪਹਿਲਾਂ 600 ਸਾਲਾ ਭਗਤ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਸੀ ਉੱਥੇ ਉਸ ਥਾਂ ਦੇ ਉੱਤੇ। ਤਾਂ ਫਿਰ ਉਹ ਜਦੋਂ ਉਹ ਬ੍ਰਾਹਮਣ ਨੂੰ ਪਤਾ ਲੱਗਾ ਤੇ ਬ੍ਰਾਹਮਣ ਆਇਆ ਭੱਜਾ ਭੱਜਾ ਧੰਨੇ ਭਗਤ ਦੇ ਖੂਹ ਤੇ, ਕਹਿੰਦਾ ਧੰਨਿਆ ਮੈਨੂੰ ਪਤਾ ਲੱਗਾ ਪਰਮੇਸ਼ਰ ਨੇ ਤੈਨੂੰ ਪ੍ਰਤੱਖ ਦਰਸ਼ਨ ਦਿੱਤੇ ਆ, ਤੇਰੇ ਰੋਟੀ ਵੀ ਖਾਧੀ ਆ, ਲੱਸੀ ਵੀ ਪੀਤੀ ਆ। ਤੇ ਭਗਤ ਜੀ ਕਹਿੰਦੇ ਹਾਂ ਪੰਡਤ ਜੀ ਤੁਸੀਂ ਤਾਂ ਰੋਜ਼ ਛਕਾਉਂਦੇ ਸੀ, ਮੇਰੇ ਕੋਲ ਤੇ ਇੱਕ ਦਿਨ ਹੀ ਹਾਲੇ ਖਾਧੀ ਆ। ਉਹਨੇ ਕਿਹਾ ਨਹੀਂ ਧੰਨਿਆ ਮੈਂ ਨਹੀਂ ਖਵਾਉਂਦਾ, ਮੇਰੇ ਕੋਲੇ ਨਹੀਂ ਛਕਿਆ ਇੱਕ ਦਿਨ, ਮੈਨੂੰ ਵੀ ਦਰਸ਼ਨ ਕਰਵਾ। ਕਿੱਥੇ ਆ ਪਰਮੇਸ਼ਰ ਜੀ? ਕਹਿੰਦੇ ਉਹ ਵੇਖ ਸਾਹਮਣੇ ਸਾਵੀ ਜੀ ਗਾਂ ਦੇ ਉੱਤੇ ਹੱਥ ਰੱਖ ਕੇ ਮੇਰੇ ਵੱਲ ਵੇਖ ਕੇ ਹੱਸਣ ਡਏ, ਉਹ ਸਾਹਮਣੇ। ਨਹੀਂ ਧੰਨਿਆ ਮੈਨੂੰ ਨਹੀਂ ਉਹ ਦਿਸਦੇ, ਬੇਨਤੀ ਕਰ ਮੈਨੂੰ ਵੀ ਦਰਸ਼ਨ ਦੇਣ। ਹੁਣ ਉਹ ਦਿਸਣ ਵਾਲੀ ਅੱਖ ਭਗਤ ਧੰਨੇ ਦੀ ਖੋਲੀ ਸੀ। ਇਹ ਤਾਂ ਜਿਹਦੇ ਤੇ ਮਹਾਰਾਜ ਮਿਹਰ ਕਰਨ ਉਹਦੀ ਅੱਖ ਖੋਲਣ ਨਾ। ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਲੇ ਮਹਾਂਪੁਰਖਾਂ ਨੇ ਭਗਤ ਧੰਨਾ ਜੀ ਦੀ ਕਥਾ ਸੁਣਾਉਂਦਿਆਂ ਬਚਨ ਕੀਤੇ ਕਿ ਜਦੋਂ ਪ੍ਰਤੱਖ ਦਰਸ਼ਨ ਦਿੱਤੇ ਸੀ ਤੇ ਫਿਰ ਤਾਂ ਭਗਤ ਧੰਨੇ ਨੂੰ ਆਖਿਆ ਵੀ ਧੰਨਿਆ ਐਵੇਂ ਮਾਣ ਨਾ ਕਰ ਲਈ ਵੀ 3 ਦਿਨ ਭੁੱਖਾ ਰਹਿ ਕੇ ਕਿਤੇ ਦਰਸ਼ਨ ਕਰ ਲਏ, 1400 ਜਨਮ ਹੋ ਗਿਆ ਤੈਨੂੰ ਭਗਤੀ ਕਰਦੇ, 1400 ਜਨਮ ਦੀ ਤੇਰੀ ਇੱਛਾ ਹੀ ਇਹ ਸੀ ਕਿ ਮੈਂ ਪਰਮੇਸ਼ਰ ਦੇ ਪ੍ਰਤੱਖ ਦਰਸ਼ਨ ਕਰਨੇ, ਤੇ ਐਸ ਵੀ ਤੈਨੂੰ ਦਰਸ਼ਨ ਦਿੱਤੇ। ਕਹਿਣ ਲੱਗੇ ਕਿ ਉਹ ਵੇਖੋ ਸਾਹਮਣੇ ਮੇਰੇ ਵੱਲ ਵੇਖ ਕੇ ਹੱਸ ਰਹੇ ਆ। ਉਹ ਪੰਡਤ ਕਹਿੰਦਾ ਧੰਨਿਆ ਬੇਨਤੀ ਕਰ ਮੈਨੂੰ ਨਹੀਂ ਦਿਸਦੇ। ਬੇਨਤੀ ਕੀਤੀ ਮਹਾਰਾਜ ਇਹਨੂੰ ਪੰਡਤ ਜੀ ਨੂੰ ਵੀ ਦਰਸ਼ਨ ਦਿਓ ਜਿਹਨੇ ਮੈਨੂੰ ਤੁਹਾਡੇ ਵੱਲੇ ਤੋਰਿਆ। ਕਹਿਣ ਲੱਗੇ ਨਹੀਂ ਇਹਨੂੰ ਨਹੀਂ ਦਰਸ਼ਨ ਦੇਣੇ, ਇਹ ਮੇਰੇ ਨਾਂ ਤੇ ਠੱਗੀਆਂ ਮਾਰਦਾ ਰਿਹਾ ਲੋਕਾਂ ਦੇ, ਇਹ ਨਾਂ ਮੇਰਾ ਵਰਤਦਾ ਸੀ ਮੰਦਿਰ ਦੇ ਵਿੱਚ, ਪੂਜਾ ਮੇਰੇ ਨਾਮ ਦੀ ਤੇ ਚੜ੍ਹਤ ਚੜਾਵਾ ਆਪ ਹੀ ਸ਼ਗਿਤ ਕਰੀ ਜਾਂਦਾ ਹੈ। ਮੇਰੇ ਨਾਂ ਤੇ ਲੋਕ ਲੱਡੂ ਲੈ ਕੇ ਆਉਂਦੇ ਆ ਤੇ ਇਹ ਮੇਰੇ ਨਾਂ ਤੇ ਬਣਾਈ ਹੋਈ ਮੂਰਤੀ ਨੂੰ ਥੋੜਾ ਜਿਹਾ ਲਾ ਕੇ ਨਾ ਮੂੰਹ ਨੂੰ, ਬਾਕੀ ਸਾਰਾ ਆਪਣੇ ਘਰੇ ਲੈ ਜਾਂਦਾ ਤੇ ਜਾਣ ਲੱਗਾ ਸਵਾਹ ਵੀ ਮਲ ਜਾਂਦਾ ਮੂਰਤੀ ਦੇ ਮੂੰਹ ਤੇ ਵੀ ਕੀੜੀਆਂ ਨਾ ਚੜ ਜਾਣ, ਕੁੱਤੇ ਨਾ ਚੱਟਣ। ਇਹ ਮੇਰੇ ਨਾਂ ਤੇ ਠੱਗੀਆਂ ਮਾਰਦਾ ਰਿਹਾ, ਇਹਨੂੰ ਨਹੀਂ ਦਰਸ਼ਨ ਦੇਣਾ। ਇਹਨੇ ਮੇਰੇ ਨਾਂ ਦੇ ਉੱਤੇ ਪੂਜਾ ਕਰ ਕਰਕੇ ਪੂਜਾ ਦਾ ਧਾਨ ਹੀ ਖਾਧਾ। ਨਹੀਂ ਮਹਾਰਾਜ ਕਿਰਪਾ ਕਰੋ ਇਹਨੂੰ ਵੀ ਦਰਸ਼ਨ ਦਿਓ। ਫਿਰ ਵੀ ਮੈਨੂੰ ਇਹਨੇ ਹੀ ਪ੍ਰੇਰਨਾ ਦਿੱਤੀ ਹੈ। ਕਹਿਣ ਲੱਗੇ ਧੰਨਿਆ ਤੇਰੀ ਬੇਨਤੀ ਨਹੀਂ ਮੋੜ ਸਕਦੇ, ਚੱਲ ਤੇਰੇ ਕਹਿਣ ਕਰਕੇ ਇਹਨੂੰ ਦਰਸ਼ਨ ਦੇ ਦਿੰਦੇ। ਫਿਰ ਭਗਤ ਧੰਨੇ ਦੇ ਬੇਨਤੀ ਕਰਨ ਤੋਂ ਉਸ ਪੰਡਤ ਨੂੰ ਵੀ ਦਰਸ਼ਨ ਦੇ ਕੇ ਨਿਹਾਲ ਕੀਤਾ। ਤੋ ਮਹਾਰਾਜ ਸਾਹਿਬ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਕਿ ਡੱਲਿਆ ਵੀ ਜੱਟ ਦਾ ਹੱਠ ਐਸਾ ਹੁੰਦਾ ਵਾ ਜੇ ਕਰ ਲਵੇ ਤੇ ਤੂੰ ਕੀਤਾ ਤੇ ਜਾ, ਫਿਰ ਹੁਣ ਮੀਂਹ ਪਵੇਗਾ। ਅਪਰ ਪਾਸ ਦੇ ਕਿਉਂ ਨਹਿ ਲਿੰਨੇ, ਜਾਓ ਡੱਲਾ ਅਬ ਬਿਲਮ ਨਾ ਲਾਓ, ਟੋਬੇ ਸਭ ਹੀ ਸਾਫ਼ ਕਰਾਓ। ਹੁਣ ਜਾਓ ਤੇ ਜਿਹੜੇ ਆਪਣੇ ਇਲਾਕੇ ਦੇ ਸਾਰੇ ਟੋਬੇ ਤਲਾਬ ਆ ਨਾ ਡੱਲਿਆ, ਉਹ ਸਾਰੇ ਲੋਕਾਂ ਨੂੰ ਕਹਿ ਕੇ ਸਾਫ਼ ਕਰਵਾ ਲਾ, ਫਿਰ ਮੀਂਹ ਪਵੇਗਾ। ਤੂੰ ਮੀਂਹ ਮੰਗਿਆ ਹੈ। ਮਹਾਰਾਜ ਕਹਿਣ ਲੱਗੇ ਵੀ ਹੁਣ ਅਧਿਕ ਤੋਂ ਅਧਿਕ ਤੈਨੂੰ ਵਰਖਾ ਦੇ ਦਿੱਤੀ ਆ, ਬਹੁਤ ਮੀਂਹ ਪਵੇਗਾ ਡੱਲਿਆ। ਹੁਣ ਹੱਲਾ ਮਾਰ ਛੇਤੀ ਕਰ ਤੇ ਸਾਰੇ ਜਿਹੜੇ ਥਾਂ ਵਾ ਨਾ ਟੋਬੇ ਤੇ ਉਹ ਸਾਰੇ ਸਾਫ਼ ਕਰਵਾ ਲਾ। ਤੂੰ ਵਾਰ-ਵਾਰ ਵਰਖਾ ਹੀ ਮੰਗੀ ਆ ਡੱਲਿਆ, ਇਸ ਕਰਕੇ ਤੈਨੂੰ ਹੁਣ ਬਹੁਤ ਵਰਖਾ ਦਿੱਤੀ। ਭਾਈ ਡੱਲਾ ਜੀ ਉੱਠੇ ਤੇ ਬਹੁਤ ਆਨੰਦਿਤ ਹੋ ਗਏ, ਖੁਸ਼ੀਆਂ ਦੇ ਸਹਿਤ ਹੋ ਗਏ। ਜਾਣਿਆ ਵੀ ਮੇਰੇ ਉੱਤੇ ਕਲਗੀਧਰ ਪਾਤਸ਼ਾਹ ਨੇ ਪ੍ਰਸੰਨਤਾ ਕੀਤੀ, ਖੁਸ਼ੀ ਕੀਤੀ ਹੈ। ਇਹ ਗੱਲ ਸੁਣ ਸੁਣ ਕੇ ਮਾਈ ਭਾਈ ਸਾਰੇ ਹੈਰਾਨ ਹੋਏ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਵੀ ਹੁਣ ਬਹੁਤ ਮੀਂਹ ਪਵੇਗਾ। ਵਾਰ-ਵਾਰ ਭਾਈ ਡੱਲਿਆ ਤੂੰ ਮੀਂਹ ਮੰਗਿਆ, ਇਸ ਕਰਕੇ ਬਹੁਤੇ ਬੱਦਲ ਆਉਣਗੇ। ਉਹ ਲੋਕ ਹੈਰਾਨ ਹੋਏ, ਸੋਚਦੇ ਆ, ਕਹਿੰਦੇ ਵੀ ਆਕਾਸ਼ ਵਿੱਚ ਤਾਂ ਕਿਤੇ ਬੱਦਲ ਦਿਸਦੇ ਨਹੀਂ। ਤੇ ਗੁਰੂ ਸਾਹਿਬ ਨੇ ਆਖਿਆ ਬਹੁਤ ਤੋਂ ਬਹੁਤ ਮੀਂਹ ਪਵੇਗਾ। ਔੜ ਬਹੁਤ ਲੱਗੀ ਹੈ, ਕਿਸੇ ਪਾਸੇ ਬੱਦਲ ਤਾਂ ਦਿਸਦੇ ਨਹੀਂ ਹਨ, ਨਹੀਂ ਪਾਏ ਜਾਂਦੇ। ਤੇ ਵੀ ਵਰਖਾ ਹੋਵੇਗੀ ਤੇ ਵਰਖਾ ਨੂੰ ਵੇਖਣ ਦੇ ਵਾਸਤੇ ਨਾਲੇ ਹੈਰਾਨ ਹੋਏ ਆ ਮਾਈ ਭਾਈ, ਨਾਲੇ ਸੁਚੇਤ ਹੋਏ ਆ ਵੀ ਹੁਣ ਮੀਂਹ ਪੈਣਾ, ਮਹਾਰਾਜ ਦਾ ਬਚਨ ਹੋਇਆ ਤੇ ਵੇਖਾਂਗੇ। ਭਾਈ ਡੱਲਾ ਜੀ ਨੇ ਬਹੁਤੇ ਢੋਲੀ ਇਕੱਠੇ ਕਰਵਾਏ
ਉਹਨਾਂ ਦੇ ਢੋਲ ਬੜੇ ਇਕੱਠੇ ਕਰਵਾਏ ਹਨ। ਤੀਰ ਤਾਲ ਕੇ ਜਾਏ ਬਜਾਏ, ਬਹੁਤੇ ਢੋਲ ਇਕੱਠੇ ਕਰਵਾ ਕਰਕੇ ਤੇ ਤਲਾਵਾਂ ਦੇ ਪਾਸ ਜਾ ਕਰਕੇ ਉਹਨਾਂ ਨੂੰ ਵਜਾਇਆ। ਭਾਵ ਹੋਕਾ ਦਿੱਤਾ, ਆਵਾਜ਼ ਦਿੱਤੀ। ਉਸ ਵੇਲੇ ਆਵਾਜ਼ ਦੇਣ ਦਾ ਸਾਧਨ ਹੀ ਢੋਲ ਸੀ। ਜਿੱਥੇ ਬਹੁਤੇ ਢੋਲ ਵਜਾਏ ਜਾਂਦੇ ਸੀ, ਲੋਕ ਇਕੱਠੇ ਹੋ ਜਾਂਦੇ ਵੀ ਇੱਥੇ ਕੋਈ ਹੋਕਾ ਦਿੱਤਾ ਜਾਣਾ, ਕੋਈ ਅਨਾਉਂਸਮੈਂਟ ਕੀਤੀ ਜਾਣੀ, ਕੋਈ ਆਵਾਜ਼ ਇੱਥੇ ਦਿੱਤੀ ਜਾਣੀ। ਉਦੋਂ ਆ ਮਾਈਕ ਨਹੀਂ ਸੀ ਹੁੰਦੇ, ਸਪੀਕਰ ਨਹੀਂ ਸੀ ਨਾ ਹੁੰਦੇ, ਇਸ ਕਰਕੇ ਉੱਚੇ ਥਾਂ ਤੇ ਖਲੋ ਕੇ ਢੋਲ ਹੀ ਵਜਾਏ ਜਾਂਦੇ ਸੀ। ਦੁਨੀਆ ਇਕੱਠੀ ਹੋ ਜਾਂਦੀ ਸੀ, ਆਪਣੀ ਗੱਲ ਸੁਣਾ ਦਿੱਤੀ ਜਾਂਦੀ ਸੀ। ਇਸ ਕਰਕੇ ਉਹ ਤਲਾਵਾਂ ਦੇ ਟੋਭਿਆਂ ਦੇ ਪਾਸ ਜਾ ਕਰਕੇ ਬਹੁਤੇ ਢੋਲ ਵਜਾਏ ਤੇ ਲੋਕਾਂ ਨੂੰ ਸੁਚੇਤ ਕੀਤਾ ਕਿ ਸਾਫ਼ ਸਫਾਈਆਂ ਕਰ ਲਓ ਟੋਭਿਆਂ ਦੇ ਵਿੱਚੋਂ, ਢਾਬਾਂ ਦੇ ਵਿੱਚੋਂ। ਮੀਂਹ ਪੈਣਾ ਬੜੇ ਜ਼ੋਰ ਦਾ। ਕਲਗੀਧਰ ਪਾਤਸ਼ਾਹ ਦਾ ਬਚਨ ਹੋ ਗਿਆ ਹੈ, ਸੁਨ ਸੁਨ ਮਾਨਵ ਆਏ ਭਲਾਈ। ਉਹ ਢੋਲਾਂ ਦੀ ਆਵਾਜ਼ ਸੁਣ ਕਰਕੇ ਨਗਰ ਦੇ ਸਾਬੋ ਕੀ ਤਲਵੰਡੀ ਦੇ ਲੋਕ ਬਹੁਤ ਆਏ। ਤਾਲ ਸੁਧਾਰ ਹੈ ਚੌਂਕ ਉਠਾਈ, ਉਹਨਾਂ ਨੇ ਤਾਲਾਂ ਨੂੰ ਸੁਧਾਰਿਆ ਹੈ ਉਤਸ਼ਾਹ ਦੇ ਨਾਲ। ਤੇਰੀ ਛਿਨ ਜਲੀ ਪੌਣ ਪੁਰਵਾਈ, ਛੇਤੀ ਛੇਤੀ ਬਹੁਤੇ ਲੋਕ ਇਕੱਠੇ ਹੋ ਗਏ, ਉਹਨਾਂ ਸਾਫ਼ ਸਫਾਈ ਕਰ ਦਿੱਤੀ। ਤਾਂ ਇੰਨੇ ਚਿਰ ਨੂੰ ਫਿਰ ਪੌਣ ਚੱਲੀ ਪੁਰੇ ਦੀ ਪੌਣ ਚੱਲ ਪਈ ਹੈ, ਤਿੱਖੀ ਪੌਣ। ਇੱਕ ਸੀ ਘਨ ਜਿਮ ਗੱਲ ਸਮਝਾਈ, ਤੇ ਫਿਰ ਪੁਰੇ ਦੀ ਹਵਾ ਦੇ ਨਾਲ ਬੱਦਲ ਇੰਜ ਨਿਕਲੇ ਜਿਵੇਂ ਹਾਥੀ ਨਿਕਲਦੇ ਜੰਗਲ ਦੇ ਵਿੱਚੋਂ। ਇਸ ਤਰੀਕੇ ਦੇ ਨਾਲ ਫਿਰ ਕਾਲੀਆਂ ਘਟਾਂ ਨਿਕਲੀਆਂ, ਕਾਲੇ ਭੂਰੇ ਬੱਦਲ ਆਏ ਹਨ। ਘੁੰਮਦੀ ਘਟ ਘਰੀਕ ਮੈਂ ਘਣੀ, ਤੇ ਬਹੁਤੀਆਂ ਹੀ ਘਟਾਂ ਜਿਹੜੀਆਂ ਹਨ ਉਹ ਘੁੰਮਦੀਆਂ ਹਨ, ਉਤਸ਼ਾਹ ਦੇ ਨਾਲ ਆਈਆਂ, ਘੁਰ ਘੁਰ ਕੇ ਆਈਆਂ ਘਣੀਆਂ ਬਹੁਤੀਆਂ। ਘੋਰ ਘੋਰ ਘਨ ਚਪਲਾ ਸਣੀ, ਤਾਂ ਉਸ ਵੇਲੇ ਬਹੁਤ ਗੱਜ ਗੱਜ ਕੇ ਜਿਹੜੀ ਚਪਲਾ ਹੈ ਨਾ, ਆਕਾਸ਼ੀ ਬਿਜਲੀ ਹੈ, ਉਹ ਬੱਦਲਾਂ ਦੇ ਵਿੱਚ ਘੁਰਦੀ ਹੋਈ ਸੁਣਾਈ ਦਿੱਤੀ ਹੈ। ਭਾਵ ਬਿਜਲੀ ਉਸ ਵੇਲੇ ਲਿਸ਼ਕੀ ਹੈ, ਚਮਕੀ ਹੈ, ਆਵਾਜ਼ ਆਈ ਹੈ ਬੱਦਲ ਗੱਜਣ ਦੀ। ਬੜੀ ਬੜੀ ਬੂੰਦਾਂ ਬਹੁ ਭਰੀ, ਤੇ ਮੋਟਾ ਮੋਟਾ ਮੀਂਹ ਪਿਆ ਬਹੁਤਾ। ਫਿਰ ਐ ਪੂਰਾ ਮੋਹਲੇ ਧਾਰਮੀ ਮੋਟੀਆਂ ਮੋਟੀਆਂ ਕਣੀਆਂ ਪਈਆਂ। ਵਰਸਨ ਲੱਗਿਓ ਅਧਿਕ ਪੀ ਝੜੀ, ਬਹੁਤ ਮੀਂਹ ਵਰਸਣ ਲੱਗ ਪਿਆ ਤੇ ਝੜੀ ਲੱਗ ਪਈ। ਜਿਤ ਕਿਤ ਨੀਰ ਪ੍ਰਵਾਹ ਚਲੰਦਾ, ਹੁਣ ਜਿੱਧਰ ਕਿੱਧਰ ਨਿਗਾਹ ਜਾਂਦੀ ਹੈ ਨਾ, ਪਾਣੀ ਦੀਆਂ ਲਹਿਰਾਂ ਵਗ ਰਹੀਆਂ, ਪਾਣੀ ਵਗ ਰਿਹਾ ਹੈ ਪੂਰਾ ਚੰਗੀ ਤਰ੍ਹਾਂ। ਬਨੇਰੇ ਚੱਲ ਪਏ ਹਨ ਤੇ ਪਾਣੀ ਦਾ ਪ੍ਰਵਾਹ ਚੱਲ ਰਿਹਾ ਜਿੱਧਰ ਕਿੱਧਰ। ਉੱਚੇ ਖਾਤੇ ਨਮਰ ਤਰੰਦਾ, ਉੱਚੀਆਂ ਉੱਚੀਆਂ ਥਾਵਾਂ ਤੋਂ ਨੀਵੀਆਂ ਥਾਵਾਂ ਵੱਲ ਨੂੰ ਪਾਣੀ ਦਾ ਰੋੜ ਜਾ ਰਿਹਾ ਹੈ। ਧਾਰੇ ਧਾਰੇ ਨਾਲ ਧਾਮਨ ਭਰੇ, ਲੋਕ ਭੱਜ ਭੱਜ ਕੇ ਘਰਾਂ ਦੇ ਅੰਦਰ ਵੜ ਗਏ। ਬਾਰੀ ਬਹਿ ਬਿਲੋਕਨ ਕਰੇ, ਆਪਣੇ ਘਰਾਂ ਦੇ ਦਰਵਾਜ਼ਿਆਂ 'ਚ ਖਲੋ ਖਲੋ ਕੇ ਕਮਰਿਆਂ ਦੇ ਤੇ ਵੇਖ ਰਹੇ ਆ ਵੀ ਮੀਂਹ ਬੜਾ ਜ਼ੋਰ ਦਾ ਪੈ ਰਿਹਾ ਹੈ। ਧੰਨ ਗੁਰੂ ਗੁਰ ਧੰਨ ਬਖਾਂਦਾ ਹੈ, ਤੇ ਸਾਰੇ ਵਾਰ-ਵਾਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਕਲਗੀਆਂ ਵਾਲੇ ਪਾਤਸ਼ਾਹ, ਧੰਨ ਬਾਜਾਂ ਵਾਲੇ ਸਤਿਗੁਰੂ। ਵਾਰ-ਵਾਰ ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਜਿਨ੍ਹਾਂ ਨੇ ਆਪਣੇ ਬਚਨ ਦੇ ਨਾਲ ਮੀਂਹ ਪਵਾਇਆ ਹੈ। ਮਹਾਮੂਦ ਜੋ ਇਹੋ ਨ ਮਾਨੈ, ਨਾਲੇ ਗੁਰੂ ਕੀ ਵਡਿਆਈ ਕਰ ਰਹੇ ਆ ਮੀਂਹ ਵੇਖਦੇ ਹੋਏ, ਤੇ ਨਾਲੇ ਕਹਿੰਦੇ ਆ ਵੀ ਉਹ ਤਾਂ ਵੱਡੇ ਹੀ ਮੂਰਖ ਲੋਕ ਆ ਜਿਹੜੇ ਐਸੇ ਸਰਬ ਸ਼ਕਤੀਮਾਨ ਸਤਿਗੁਰਾਂ ਨੂੰ ਨਹੀਂ ਮੰਨਦੇ, ਜਿਹੜੇ ਐਸੇ ਸਤਿਗੁਰਾਂ ਦੇ ਅੱਗੇ ਨਹੀਂ ਝੁਕਦੇ, ਐਸੇ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਮੰਨਦੇ, ਉਹ ਲੋਕ ਤਾਂ ਵੱਡੇ ਹੀ ਮੂਰਖ ਹਨ, ਬੇਸਮਝ ਹਨ। ਤੀਨੋ ਦਿਨ ਸੋ ਤੀਨ ਹੀ ਜਾਮਨ, 3 ਦਿਨ ਮੰਗਿਆ ਸੀ ਨਾ ਮੀਂਹ ਭਾਈ ਡੱਲੇ ਨੇ, ਤੇ ਮਹਾਰਾਜ ਨੇ ਆਖਿਆ ਤੈਨੂੰ ਬਹੁਤਾ ਮੀਂਹ ਦਿੱਤਾ, ਤੇ 3 ਦਿਨ ਤੇ 3 ਰਾਤਾਂ ਪਿਆ ਲਗਾਤਾਰ। 3 ਹੀ ਦਿਨ ਤੇ 3 ਹੀ ਰਾਤਾਂ। ਵਰਗੀ ਘਟਾ ਦਮਕਤੇ ਦਾਮਨ, ਕਹਿੰਦੇ ਵੀ ਐ ਨਾਲੇ ਬਿਜਲੀ ਲਿਸ਼ਕਦੀ ਰਹੀ ਹੈ 3 ਦਿਨ, ਤੇ ਘਟਾ ਕਾਲੀਆਂ ਘਟਾ ਦੇ ਵਿੱਚੋਂ ਵਰਖਾ ਹੁੰਦੀ ਰਹੀ 3 ਦਿਨ ਤੇ 3 ਰਾਤਾਂ। ਅਸ ਇੱਕ ਵਾਰ ਪਰਿਓ ਬਹੁ ਵਾਰੀ, ਐਸਾ ਕਿ ਇੱਕੇ ਵਾਰੀ ਬਹੁਤਾ ਮੀਂਹ ਪਿਆ, ਬਹੁਤਾ ਪਾਣੀ ਥਲ ਦੀ ਥਾਂ ਤੇ ਜਲ ਹੋ ਗਿਆ। ਵਿਆਕੁਲ ਹੋਏ ਪਰੇ ਨਰ ਨਾਰੀ, ਲੋਕ ਤਾਂ ਦੁਖੀ ਹੋ ਗਏ, ਕਿਤੇ ਔੜ ਲੱਗੀ ਸੀ, ਮਹਾਰਾਜ ਨੇ ਸਾਰੀ ਔੜਾਂ ਕੱਢ ਦਿੱਤੀਆਂ, ਸਭ ਪਾਸੇ ਜਲ ਥਲੀ ਹੋ ਗਿਆ, ਤੇ ਲੋਕ ਜਿਹੜੇ ਵਿਆਕੁਲ ਹੋ ਗਏ, ਦੁਖੀ ਹੋ ਗਏ। ਮਾਈ ਭਾਈ ਖਾਨ ਖਾਨ ਭੂਲੀ ਸੁਧ ਨਾਨਾ, ਜਿੱਥੇ ਪਹਿਲਾਂ ਕਹਿੰਦੇ ਸੀ ਕਾਲ ਪੈ ਜਾਵੇਗਾ, ਮੀਂਹ ਨਾ ਪਿਆ, ਤੇ
ਹੁਣ ਖਾਣਾ ਪੀਣਾ ਹੀ ਭੁੱਲ ਗਿਆ ਸਾਰਿਆਂ ਨੂੰ। ਬਿਦਰਤ ਸਗਨ ਸੁਧਾਰਤ ਖਾਨਾ। ਕਈਆਂ ਦੇ ਘਰਾਂ ਦੀ ਹਾਲਤ ਵਿਗੜ ਗਈ, ਕਈਆਂ ਦੀਆਂ ਕੰਧਾਂ ਡਿੱਗਣ ਲੱਗ ਪਈਆਂ ਹੋਣੀਆਂ। ਕੱਚੇ ਕੰਧ ਹੁੰਦੇ ਸੀ ਉਦੋਂ ਘਰ, ਮੀਂਹ ਪਵੇ ਤੇ ਕੱਚੀਆਂ ਕੰਧਾਂ ਡਿੱਗਣ ਵੀ ਲੱਗ ਪੈਂਦੀਆਂ। ਉਹ ਕਈਆਂ ਦੇ ਘਰਾਂ ਦੀ ਹਾਲਤ ਕਹਿੰਦੇ ਵਿਗੜ ਗਈ, ਉਹ ਸੁਧਾਰਦੇ ਪਏ ਹਨ, ਲਿੰਬਦੇ ਪੋਚਦੇ ਪਏ ਹਨ। ਸਭ ਮਿਲ ਕਰ ਡੱਲੇ ਕਹੋ ਪ੍ਰੇਰੈ। ਫਿਰ ਸਾਰੇ ਨਗਰ ਵਾਲੇ ਇਕੱਠੇ ਹੋ ਕਰਕੇ ਬਹੁਤੇ ਲੋਕ ਭਾਈ ਡੱਲੇ ਦੇ ਪਾਸ ਆਏ ਤੇ ਫਿਰ ਡੱਲੇ ਨੂੰ ਪ੍ਰੇਰਨਾ ਕੀਤੀ। ਬਿਨਤੀ ਕੀਜੈ ਗੁਰੂ ਅਗੇਰੈ। ਕਹਿੰਦੇ ਹੁਣ ਮਹਾਰਾਜ ਅੱਗੇ ਬੇਨਤੀ ਕਰੋ ਭਾਈ ਡੱਲਾ ਜੀ ਕਿ ਮੀਂਹ ਬੰਦ ਹੋ ਜਾਵੇ, ਮੀਂਹ ਰੁਕ ਜਾਵੇ। ਮਹਾਰਾਜ ਸਾਹਿਬ ਨੇ ਤੇ ਮੀਂਹ ਦਾ ਖੁੱਲਾ ਗੱਫਾ ਹੀ ਬਖਸ਼ ਦਿੱਤਾ। ਇਸ ਕਰਕੇ ਗੁਰੂ ਸਾਹਿਬ ਜੀ ਨੂੰ ਹੁਣ ਬੇਨਤੀ ਕਰੀਏ ਵੀ ਇਹ ਬੰਦ ਕਰਾ ਦਿਓ। ਹੁਣ ਅਮਰੇ ਸੁਖ ਇੱਕ ਧਨ ਵਰਖਾਇਓ। ਬੇਨਤੀ ਕਰੀਏ ਭਾਈ ਡੱਲਾ ਜੀ ਕਿ ਸਤਿਗੁਰੂ ਜੀ ਸਾਡੇ ਸੁੱਖ ਵਾਸਤੇ ਤੁਸੀਂ ਮੀਂਹ ਪਵਾਇਆ ਹੈ। ਆਪ ਸਭ ਤ੍ਰਿਪਤੀ ਬਾਂਛਤ ਪਾਇਓ। ਹੁਣ ਮਹਾਰਾਜ ਸਾਰੇ ਰੱਜ ਗਏ ਆ, ਮਨ ਬਾਂਛਤ ਮੀਂਹ ਪ੍ਰਾਪਤ ਹੋ ਗਿਆ ਹੈ। ਸੁਨ ਡੱਲਾ ਪਹੁੰਚਿਓ ਤੇ ਸਮੋ। ਉਹ ਸਾਰੇ ਲੋਕਾਂ ਦੀ, ਸਾਬੋ ਕੀ ਤਲਵੰਡੀ ਵਾਲੇ ਨਗਰ ਦੇ ਲੋਕਾਂ ਦੀ ਬੇਨਤੀ ਸੁਣ ਕੇ ਭਾਈ ਡੱਲਾ ਸਤਿਗੁਰੂ ਜੀ ਦੇ ਪਾਸ ਪਹੁੰਚਿਆ ਹੈ। ਹਾਥ ਬੰਦ ਕਰ ਕੀਨਸ ਨਮੋ। ਹੱਥ ਜੋੜ ਕਰਕੇ ਬੇਨਤੀ ਕੀਤੀ ਭਾਈ ਡੱਲਾ ਜੀ ਨੇ। ਹਰ ਜਿੰਦ ਜਾਰੀ ਅਬ ਬਸ ਕਰੀਐ। ਸਤਿਗੁਰੂ ਬੇਨਤੀ ਆ ਸਾਰੀ ਸੰਗਤ ਦੀ, ਹੁਣ ਮਹਾਰਾਜ ਬਸ ਕਰੋ, ਹੁਣ ਮੀਂਹ ਬੰਦ ਕਰਾ ਦਿਓ। ਬੜੋ ਬਾਲ ਚਹੂ ਮੋਰ ਹਰੀਐ। ਮਹਾਰਾਜ ਚਾਰ ਚੁਫੇਰੇ ਬਹੁਤਾ ਪਾਣੀ ਖਲੋ ਗਿਆ ਹੈ। ਧਨ ਧਨੇ ਦਸਾਵੈ। ਮਹਾਰਾਜ ਆਕਾਸ਼ ਵਿੱਚ ਜਿਹੜੇ ਬੱਦਲ ਆ, ਬੱਦਲਾਂ ਦੀਆਂ ਤੇ ਫੌਜਾਂ ਦਿਸਣ ਡਈਆਂ, ਬੱਦਲ ਤੇ ਬੱਦਲ ਚੜਿਆ ਆ ਰਿਹਾ ਹੈ। ਇੱਕ ਆਵਤ ਬਰਕਤ ਇੱਕ ਜਾਵੈ। ਮਹਾਰਾਜ ਇੱਕ ਤੁਰਿਆ ਆਉਂਦਾ ਮੀਂਹ ਪਾ ਕੇ ਉਹ ਤੁਰਿਆ ਜਾਂਦਾ, ਦੂਜਾ ਤੁਰਿਆ ਆਉਂਦਾ ਮੀਂਹ ਪਾਉਣ ਵਾਸਤੇ। ਤੇ ਕਿਰਪਾ ਕਰੋ ਮਹਾਰਾਜ, ਬੱਦਲਾਂ ਦੀਆਂ ਤੇ ਫੌਜਾਂ ਹੀ ਦਿਸਦੀਆਂ ਆਕਾਸ਼ ਦੇ ਵਿੱਚ। ਮਹਾਰਾਜ ਇਹ ਜਿਹੜਾ ਆਪ ਜੀ ਨੇ ਮੀਂਹ ਪਵਾਇਆ ਨਾ, ਇਹ 3 ਦਿਨ ਤੇ 3 ਰਾਤਾਂ ਜਿਹੜਾ ਪਿਆ, ਇਹ ਜਿਹੜਾ ਵੱਡਾ ਪ੍ਰਸੰਗ ਹੈ ਆਪ ਜੀ ਦਾ, ਇਹ ਗਾਥਾ ਹੈ ਆਪ ਜੀ ਦੇ ਜੀਵਨ ਦੀ। ਇਹ ਮਹਾਰਾਜ ਚਾਰ ਚੁਫੇਰੇ ਦੇ ਲੋਕ ਚਿਰ ਕਾਲ ਤੀਕ ਯਾਦ ਰੱਖਣਗੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਬੋ ਕੀ ਤਲਵੰਡੀ ਬਚਨ ਕਰਕੇ ਮੀਂਹ ਪਵਾਇਆ ਸੀ ਤੇ 3 ਦਿਨ ਤੇ 3 ਰਾਤਾਂ ਮੀਂਹ ਪਿਆ ਸੀ। ਲੋਕ ਮਹਾਰਾਜ ਆਪ ਜੀ ਦੇ ਇਸ ਬਚਨ ਨੂੰ, ਇਸ ਪ੍ਰਸੰਗ ਨੂੰ ਚਿਰ ਤੀਕ ਯਾਦ ਰੱਖਣਗੇ। ਮਹਾਰਾਜ ਆਪ ਕਿਰਪਾ ਕਰਕੇ ਆਪਣੇ ਜਨਾਂ ਦੀਆਂ ਭਲੀ ਪ੍ਰਕਾਰ ਕਾਮਨਾ ਪੂਰੀਆਂ ਕਰਦੇ ਹੋ। ਇਹ ਸੱਚੇ ਪਾਤਸ਼ਾਹ ਆਪ ਜੀ ਤੋਂ ਕੋਈ ਵੀ ਗੱਲ ਦੁਰਲੱਭ ਨਹੀਂ ਹੈ। ਆਪ ਮਹਾਰਾਜ ਸਾਰੀਆਂ ਗੱਲਾਂ ਪੂਰੀਆਂ ਕਰਨ ਵਾਲੇ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੀ। ਸੱਚੇ ਪਾਤਸ਼ਾਹ ਆਪ ਸਾਰੀਆਂ ਗੱਲਾਂ ਵਿੱਚ ਸਮਰੱਥ ਹੋ। ਮਹਾਰਾਜ ਬ੍ਰਹਮਾ ਦੇਵਤਾ ਵੀ ਆਪ ਜੀ ਦੀ ਆਗਿਆ ਵਿੱਚ ਹੈ। ਬ੍ਰਹਮਾ, ਵਿਸ਼ਨੂੰ, ਸ਼ਿਵ ਜੀ, ਇੰਦਰ ਦੇਵਤਾ, ਕੁਬੇਰ, ਇਹ ਸਾਰੇ ਹੀ ਆਪ ਜੀ ਦੀ ਆਗਿਆ ਵਿੱਚ ਹਨ। ਕਿਹਦੇ ਵਿੱਚ ਸ਼ਕਤੀ ਹੈ ਸੱਚੇ ਪਾਤਸ਼ਾਹ ਦੀ? ਕਲਗੀਧਰ ਪਾਤਸ਼ਾਹ ਆਪ ਜੀ ਦਾ ਕੀਤਾ ਹੋਇਆ ਹੁਕਮ ਟਾਲ ਦਵੇ। ਆਪ ਜੀ ਜਿਸ ਨੂੰ ਹੁਕਮ ਕਰਦੇ ਉਹਨੂੰ ਸੱਤ ਕਹਿ ਕੇ ਮੰਨਣਾ ਪਵੇਗਾ। ਤੇ ਜਦੋਂ ਇਹਨੇ ਬੇਨਤੀ ਕੀਤੀ ਨਾ, ਮਹਾਰਾਜ ਮੀਂਹ ਰੋਕ ਦਿਓ ਜੀ, ਵਰਖਾ ਬੰਦ ਕਰ ਦਿਓ, ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਿ ਭਾਈ ਡੱਲਿਆ ਆ ਘਨੋਂ ਕੇ ਪਨਹੀ, ਆ ਬੱਦਲਾਂ ਦੇ ਉੱਤੇ, ਬੱਦਲਾਂ ਨੂੰ ਮਹਾਰਾਜ ਕਹਿੰਦੇ ਵੀ ਮਾਰ ਪਾਏ, ਬੱਦਲਾਂ ਦੇ ਉੱਤੇ ਆਪਣੀ ਜੋ ਜੁੱਤੀ ਹੈ 7 ਵਾਰੀ ਗਿਣ ਕੇ ਮਹਾਰਾਜ ਕਹਿੰਦੇ ਇਹਨਾਂ ਦੇ ਜੁੱਤੀ ਫੇਰ। ਜੇ ਬੰਦ ਕਰਾਉਣੀ ਹੈ ਤੇ 7 ਵਾਰੀ ਗਿਣ ਕੇ ਮਹਾਰਾਜ ਕਹਿੰਦੇ ਜੂਤ ਭਰਾ। ਪਹਿਲਾਂ 1 ਵਾਰੀ, ਹੁਣ ਤਾਂ ਬਚਨ ਨਾਲ ਹੀ ਪਵਾ ਦਿੱਤਾ ਸੀ, 3 ਵਾਰੀ ਇਹਨੇ ਮੰਗਿਆ। ਪਹਿਲਾਂ ਜਦੋਂ ਬੇਨਤੀ ਕੀਤੀ ਸੀ ਕਈ ਮਹੀਨੇ ਪਹਿਲਾਂ, ਤੇ ਉਸ ਵੇਲੇ ਮਹਾਰਾਜ ਨੇ ਕਿਹਾ ਸੀ ਵੀ ਇੰਦਰ ਦੇਵਤੇ ਦੇ ਮਾਰ, ਤੇ ਉਦੋਂ 7 ਵਾਰੀ ਇਹਨੇ ਤਾਂ ਨੂੰ ਚਲਾਈ ਸੀ। ਤੇ ਹੁਣ ਬੰਦ ਕਰਾਉਣੀ ਹੈ ਤੇ ਸਤਿਗੁਰੂ ਕਹਿੰਦੇ ਬੱਦਲਾਂ ਦੇ ਮਾਰ 7 ਵਾਰੀ ਗਿਣ ਕੇ ਆ ਛੇਤੀ ਹਟ ਜਾਵੇਗੀ ਵਰਖਾ। ਆਪਣੇ ਸਹਿਤ ਸਾਰੇ ਇਲਾਕੇ ਨੂੰ ਸੁਖੀ ਕਰ ਦੇ।
तैसे ਮਹਾਰਾਜ ਦਾ ਬਚਨ ਸੁਣ ਕੇ ਭਾਈ ਡੱਲੇ ਨੇ ਉਸੇ ਤਰ੍ਹਾਂ ਕੀਤਾ। घटा घटी अन गमने गैसे 7 ਵਾਰੀ ਫਿਰ ਆਪਣੀ ਜੁੱਤੀ ਤਾਂ ਨੂੰ ਸੁੱਟੀ ਹੈ, ਮਾਰੀ ਹੈ ਬਦਲਾਂ ਦੀ, ਦਸਵੇਂ ਪਾਤਸ਼ਾਹ ਦਾ ਨਾਮ ਲੈ ਕੇ। ਤੇ ਫਿਰ ਵਰਖਾ ਉਸੇ ਵੇਲੇ ਰੁਕ ਗਈ ਜਿੱਥੇ ਜ਼ੋਰ ਦੀ ਪੈ ਰਹੀ ਸੀ। ਘਟਾ ਫਟੀ, ਉਹ ਜਿਹੜੀਆਂ ਕਾਲੀਆਂ ਘਟਾ ਸੀ ਉਹ ਫਟ ਗਈਆਂ। ਘਨ ਗਮਣੇ, ਉਹ ਬੱਦਲ ਕਹਿੰਦੇ ਚਲੇ ਗਏ ਆਕਾਸ਼ ਵਿੱਚੋਂ। ਗਏ ਸੀ ਹਾਥੀਆਂ ਵਰਗੇ ਜਿਹੜੇ ਆਏ ਸੀ ਨਾ ਗੱਜ ਗੱਜ ਕੇ, ਉਹ ਸਾਰੇ ਬੱਦਲ ਜਿਹੜੇ ਸੀ ਉਹ ਸਮਾਪਤ ਹੋ ਗਏ, ਚਲੇ ਗਏ। गुरु भाग की शक्त विलोक ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਦੀ ਪ੍ਰਤੱਖ ਸ਼ਕਤੀ ਵੇਖੀ ਭਾਈ ਡੱਲੇ ਨੇ ਕਿ ਬਚਨ ਕਰਕੇ ਮਹਾਰਾਜ ਮੀਂਹ ਪਵਾ ਦਿੰਦੇ ਆ, ਤੇ ਬਚਨ ਕਰਕੇ ਆਪਣੇ ਸਿੱਖ ਦੇ ਕੋਲੋਂ ਹੀ ਜੁੱਤੀ ਭਰਾ ਕਰਕੇ ਮੀਂਹ ਰੋਕ ਵੀ ਦਿੰਦੇ। ਇਸ ਕਰਕੇ ਮਹਾਰਾਜ ਸਾਹਿਬ ਨੇ ਆਪਣੇ ਸਿੱਖ ਨੂੰ ਤੇ ਅਕਾਲ ਦਾ ਪੁਜਾਰੀ ਬਣਾਇਆ, ਵਾਹਿਗੁਰੂ ਦਾ ਪੁਜਾਰੀ, ਹੋਰ ਥੱਲੇ ਨਹੀਂ ਇਹਨੂੰ ਕਿਸੇ ਦਾ। ਹਾਂ, ਕਿਸੇ ਨੂੰ ਮਹਾਰਾਜ ਸਾਹਿਬ ਕਹਿੰਦੇ ਕਿ ਤੂੰ ਗੁਰੂ ਕੀ ਮਰਿਆਦਾ ਚ ਰਹਿ, ਗੁਰੂ ਕੇ ਪ੍ਰੇਮ ਚ ਰਹਿ, ਤੇ ਕਰਤੇ ਪੁਰਖ ਦੀ ਸ੍ਰਿਸ਼ਟੀ ਜਿਹੜੀ ਆ ਉਹਦੇ ਨਾਲ ਪ੍ਰੇਮ ਪਿਆਰ ਰੱਖ, ਪਰ ਪੂਜਾ ਇੱਕ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ। ਬਾਕੀ ਦੇਵੀ ਦੇਵਤੇ ਸਾਰੇ ਵੀ ਪਰਮੇਸ਼ਰ ਦੀ ਕਿਰਤ ਵਾ, ਮਾੜਾ ਨਹੀਂ ਕਹਿਣਾ ਇਹਨਾਂ ਨੂੰ। ਹਾਂ, ਗੁਰੂ ਸਾਹਿਬ ਕਰ ਸਕਦੇ ਜੋ ਵੀ ਕਰਨਾ ਵਾ, ਮਹਾਰਾਜ ਜੁੱਤੀ ਵੀ ਭਰਵਾ ਸਕਦੇ ਸਿੱਖ ਤੋਂ, ਫਿਰ ਆਗਿਆ ਮੰਨ ਕੇ ਉਹ ਕਰਨਾ ਹੀ ਪੈਣਾ ਸੀ ਭਾਈ ਡੱਲੇ। ਪਰ ਮਹਾਰਾਜ ਸਾਹਿਬ ਜੀ ਨੇ ਸਾਨੂੰ ਸ਼ਬਦ ਦੇ ਲੜ ਲਾਇਆ। ਗਰੀਬ ਨਵਾਜ ਸਾਹਿਬ ਜੀ ਨੇ ਅਕਾਲ ਦੇ ਪੁਜਾਰੀ ਬਣਾਇਆ। ਬਚਨ ਆਉਂਦਾ ਨਾ ਦਸ਼ਮੇਸ਼ ਪਾਤਸ਼ਾਹੀ ਦਾ, ਬਿਨ ਕਰਤਾਰ ਨਾ ਕੀਰਤਨ ਮਾਨੋ, ਆਦ ਅਜੋਨ ਅਜੈ ਅਬਿਨਾਸੀ ਤਿਹ ਪਰਮੇਸ਼ਰ ਜਾਣੋ। ਇਸ ਕਰਕੇ ਜੇ ਮੀਂਹ ਮੰਗਣਾ ਤੇ ਫਿਰ ਵੀ ਗੁਰੂ ਕੇ ਸਿੱਖਾਂ ਨੇ, ਗੁਰੂ ਕੇ ਸੰਗਤ ਨੇ ਗੁਰੂ ਸਾਹਿਬ ਦੇ ਅੱਗੇ ਬੇਨਤੀ ਕਰਨੀ। ਜੇ ਮੀਂਹ ਰੋਕਣਾ ਤੇ ਫਿਰ ਵੀ ਗੁਰੂ ਸਾਹਿਬ ਦੇ ਅੱਗੇ ਬੇਨਤੀ ਕਰਨੀ, ਕਿਉਂਕਿ ਮਹਾਰਾਜ ਨੇ ਬਚਨ ਪੜਿਆ ਸੀ ਨਾ ਕਲਗੀਧਰ ਪਾਤਸ਼ਾਹ। ਸਤਿਗੁਰੂ ਨਾਨਕ ਸਾਹਿਬ ਜੀ ਨੇ ਉਚਾਰਨ ਕੀਤਾ, ਪਿਛਲੇ ਪ੍ਰਸੰਗਾਂ 'ਚ ਆਪਾਂ ਸਰਵਣ ਕੀਤਾ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਕਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ। ਇਹ ਸਾਰੇ ਹੀ ਵਾਹਿਗੁਰੂ ਦੇ ਭੈ ਵਿੱਚ ਆ, ਤੇ ਸਭ ਤੋਂ ਉੱਤੇ ਵਾਹਿਗੁਰੂ ਆ। ਤੋ ਇਸ ਕਰਕੇ ਗਰੀਬ ਨਵਾਜ ਸਾਹਿਬ ਜੀ ਦੇ ਬਚਨਾਂ ਦੀ ਪ੍ਰਤੱਖ ਕਲਾ ਭਾਈ ਡੱਲੇ ਨੇ ਵੇਖੀ, ਸਾਰੀ ਸੰਗਤ ਨੇ ਵੇਖੀ। ਗੁਰੂ ਬਾਟ ਕੀ ਸ਼ਕਤ ਬਿਲੋਕ, ਗੁਰੂ ਸਾਹਿਬ ਦੇ ਬਚਨਾਂ ਦੀ ਸ਼ਕਤੀ ਵੇਖ ਕਰਕੇ ਸ਼ਰਧਾਲੂ ਸਭ ਲੋਕ, ਜਿੰਨੇ ਸ਼ਰਧਾਲੂ ਲੋਕ ਸੀ ਨਾ ਉਹ ਸਾਰੇ ਖੁਸ਼ ਹੋ ਗਏ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਕਿੱਡੀ ਛੇਤੀ ਪੂਰੇ ਹੁੰਦੇ ਆ। ਕੈਸੀ ਸਮਰੱਥਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਦੇ ਵਿੱਚ। ਮਹਾਰਾਜ ਸਾਹਿਬ ਦੇ ਇਤਿਹਾਸ ਦੇ ਵਿੱਚ ਅਨੇਕ ਥਾਵਾਂ ਤੇ ਐਸੀਆਂ ਘਟਨਾ ਘਟੀਆਂ ਸਾਧ ਸੰਗਤ, ਅਨੇਕ ਥਾਵਾਂ ਤੇ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਤੋਂ ਕਈਆਂ ਇਲਾਕਿਆਂ ਦੀ ਸੰਗਤ ਨੇ ਐਸੀ ਬੇਨਤੀ ਕੀਤੀ ਕਿ ਮਹਾਰਾਜ ਸਾਹਿਬ ਜੀ ਮੀਂਹ ਪਵਾਓ, ਤੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਪਦੇਸ਼ ਦਿੰਦੇ ਸੀ। ਮਹਾਰਾਜ ਦੇ ਪਵਿੱਤਰ ਜੀਵਨ ਦੇ ਵਿੱਚ ਇਤਿਹਾਸ ਆਉਂਦਾ, ਗਾਥਾ ਆਉਂਦੀਆਂ। ਸਤਿਗੁਰੂ ਕਹਿਣ ਲੱਗੇ ਕਿ ਇਕੱਠੇ ਹੋ ਕਰਕੇ ਸਾਰੇ ਨਗਰ ਨਿਵਾਸੀ ਤੇ ਸਤਿਨਾਮ ਵਾਹਿਗੁਰੂ ਦਾ ਉਚਾਰਨ ਕਰੋ, ਕੜਾਹ ਪ੍ਰਸ਼ਾਦ ਦੀ ਦੇਗ ਬਣਾਓ, ਅਰਦਾਸ ਬੇਨਤੀ ਖੜੇ ਹੋ ਕੇ ਕਰੋ, ਅਰਦਾਸ ਬੇਨਤੀ ਕਰੋ, ਕਰਤਾਰ ਤੋਂ ਮੀਂਹ ਮੰਗੋ ਤੇ ਮੀਂਹ ਪੈ ਜਾਵੇਗਾ। ਉਹਨਾਂ ਨੇ ਇਸੇ ਤਰ੍ਹਾਂ ਕੀਤਾ, ਨਗਰ ਨਿਵਾਸੀਆਂ ਨੇ ਮੀਂਹ ਪੈ ਗਿਆ। ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਲ ਵਾਹਿਗੁਰੂ ਤੋਂ ਮੰਗੋ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦਾ ਇਤਿਹਾਸ ਪੜ੍ਹੀਏ ਤੇ ਉਹ ਇੱਕ ਹੈਗਾ ਸੀ ਪਖੰਡੀ ਜਿਹਾ, ਪਿੰਡ ਦੇ ਵਿੱਚ ਬੈਠਾ ਆਪਣੇ ਆਪ ਨੂੰ ਤਪਾ ਕਹਾਉਂਦਾ ਸੀ। ਉਹਨੇ ਖਹਿਰਿਆਂ ਜੱਟਾਂ ਨੂੰ ਬਹੁਤਿਆਂ ਨੂੰ ਆਪਣੇ ਮਗਰ ਲਾ ਲਿਆ ਸੀ, ਤੇ ਉੱਥੇ ਕਈ ਸਾਲ ਹੋ ਗਏ ਸੀ ਮੀਂਹ ਨਹੀਂ ਪਿਆ ਖਡੂਰ ਸਾਹਿਬ ਇਲਾਕੇ ਦੇ ਵਿੱਚ। ਤੇ ਉਹਨਾਂ ਨੇ ਜ਼ਿਮੀਂਦਾਰਾਂ ਨੇ ਉਹ ਤਪੇ ਨੂੰ ਗੁਰੂ ਕਰਕੇ ਪੂਜਦੇ ਸੀ ਕਿ ਤਪਾ ਗੁਰੂ ਹੈ ਸਾਡਾ। ਬੇਨਤੀ ਕੀਤੀ ਵੀ ਮੀਂਹ ਪਾ ਜੀ। ਉਹਨੇ ਕਿਹਾ ਮੈਂ ਮੀਂਹ ਕੀ ਪਵਾਵਾਂ, ਤੁਹਾਡੇ ਪਿੰਡ ਵਿੱਚ ਤਾਂ ਗ੍ਰਿਸ਼ਤੀ ਗੁਰੂ ਬਣ ਕੇ ਬਹਿ ਗਿਆ। ਗੁਰੂ ਅੰਗਦ ਸਾਹਿਬ ਜੀ ਨੂੰ ਆਖਿਆ, ਕਹਿੰਦੇ ਵੀ ਗੁਰੂ ਅੰਗਦ ਸਾਹਿਬ ਉਹ ਗ੍ਰਿਸ਼ਤੀ ਆ ਤੇ ਉਹ ਗੁਰੂ ਬਣ ਗਏ ਆ, ਤੇ ਲੋਕ ਆ ਕੇ ਉਹਨਾਂ ਨੂੰ ਨਮਸਕਾਰਾਂ ਕਰਦੇ। ਪਹਿਲਾਂ ਗ੍ਰਿਸ਼ਤੀ ਗੁਰੂ ਨੂੰ ਪਿੰਡ ਚੋਂ ਬਾਹਰ ਕੱਢੋ ਤੇ ਫਿਰ ਮੈਂ ਮੀਂਹ ਪਵਾਵਾਂਗਾ। ਉਹ ਜ਼ਿਮੀਂਦਾਰ ਪਖੰਡੀ ਦੇ ਮਗਰ ਲੱਗ ਗਏ। ਉਸੇ ਤਰ੍ਹਾਂ ਆ ਕੇ ਗੁਰੂ ਅੰਗਦ ਸਾਹਿਬ ਜੀ ਦੇ ਘਰੇ ਮਹਾਰਾਜ ਅੱਗੇ ਬੇਨਤੀ ਕਰ ਦਿੱਤੀ, ਸਤਿਗੁਰੂ ਜੀ ਸਾਡੇ ਤਪੇ ਗੁਰੂ ਨੇ ਆਖਿਆ ਵਾ ਕਿ ਤੁਹਾਡੇ ਕਰਕੇ ਮੀਂਹ ਨਹੀਂ ਪੈ ਰਿਹਾ, ਤੁਸੀਂ ਗ੍ਰਿਸ਼ਤੀ ਗੁਰੂ ਹੋ। ਤੇ ਮਹਾਰਾਜ ਕਹਿਣ ਲੱਗੇ ਕਿ ਭਾਈ
ਸਾਡੇ ਹੁੰਦੇ ਹੀ ਅੱਗੇ कई बारी नहीं पिया जे ऐसी नहीं पिया करतार की मौज परमेश्वर का भाना ते साडे इत्थे रहिंदे कई बारी नहीं पिया कहंदे नहीं कि साडा गुरु कहंदा वा तुसीं पिंड तो बाहर चले जाओ तो मैं मींह पवा दांगा ते महाराज कहंदे जे साडे जाण नाल तुहाडा भला हुंदा ते सानूं कोई गुरेज नहीं असीं पिंड छड्ड के भी चले जांदे बाबा बुढ़ा साहब नूं ते होर सिखां नूं आखिया चुको साडा पलंगा चुकिया महाराज खडूर साहब अपना घर छड्ड के अपना नगर छड्ड के जिथे छापड़ी साहब स्थान उत्थे पहुंच गए सन खान छापड़ी पिंड पैंदे छापड़ी साहब उत्थे महाराज साहब जी पहुंचे सन तां पिछों अपने घर नूं गए होए सी सेवक तीजे पातशाह तो सेवादार सी गुरु अमरदास साहब जी आए नगर दे लोकां नूं क्योंकि सारे ते नहीं सी उस तपे दे मगर लगे जो पुछया भी गुरु साहब नहीं दिस रहे गुरु साहब कितने दर्शन नहीं हो रहे दूजे पातशाह दे उन्हें कहा जी इस तरह तपे ने की कह रहे जट्टा इस तरह आके बेनती की तो महाराज साहब जी नगर छड्ड के चले गए इन्होंने आख्या तुम पिंड चो चले जाओ तो साडा गुरु कहंदा मींह पवावां महाराज साहब जी कहन लगे भी ये तुसीं माड़ी कीती आ पिंड वालियां ने धन गुरु अंगद देव साहब जी नूं कह दिता पिंड तो जाण वास्ते मींह की जिहड़ी गल आ गुरु अमरदास साहब जी सेवक रूप च उस वेले सेवाधार हाले गुरता गद्दी ते नहीं बैठे कहंदे मींह तां गुरु दा सिख पवा सकदा सतगुरां दी गल किहड़ी है मींह पवाउण दी हुण तुहाडे गुरु ने मींह पवाया कि नहीं पवाया तपे ने कहंदे जी नहीं कहंदे भी एक बारी पुछो जे नहीं पवाउंदा फिर असीं पवाउणे गुरु अमरदास साहब महाराज ने आख्या वो जिमीदार इकट्ठे होके गए कहते जी मींह पवाओ हुण गुरु अंगद साहब तो चले गए वो कहता मींह कोई मैं मुठ च फड़ के रखे मंत्र मुंत्र पढ़ूंगा तो फिर मींह पऊगा जो उन्होंने जा आके दसिया बाहर तो धन श्री अमरदास साहब जी महाराज कहन लगे कि हुण जिथे जिथे तपा जाऊगा उत्थे मींह पऊगा जिस प्यारे जे जाऊगा ना जिस किले जिस खेत दे विच उत्थे मींह पऊगा तो पैना भी उन्ना चेरा वेख लो सूरज चले सूरज डुब्बण विच जिन्ना क समा रहिंदा ना इन्ने समय दे विच जेड़े जेड़े थां ते चले गया उस खेत च मींह पै जाना कहंदे भी जे नहीं भरोसा ते करा जे इहनूं घर चों बाहर लैओ जे गली च आ गया ना बदल उस वेले आ जाना बेनती करके भी तबा जी आओ एक दर्शन दिओ गली तक पहुंचो वो बाहर गली तक आया आकाश विच बदल आ गए यकीन होया ते फिर खिच खिच के अपनी पैली नूं लै गए भी मेरी फसल ना सुकी रहे जे मेरी ना सुकी रहे लिखिया वा कि घड़ीस के अपने खेतों च लै गए जट फिर उस वेले उन्होंने खिच खिच जेड़े खेत च जांदा उत्थे मींह पैंदा उहदे टुकड़े टुकड़े करके खिलार दिते जदों ये कुछ वापरिया जिस महाराज ने कह दिता भी जिथे दा एक भी अंग चले जाएगा ना उत्थे भी मींह पै जाए लोगों ने वढ़ के उहदियां उंगलां कोई लै गया पैर कोई लै गया खिलारदा सारा तबाह सारे इलाके च मींह जोर नाल पै गया बाद विच सारे पिंड वालियां नूं आख्या भी हुण माफ़ी मंगो गुरु अंगद साहब जी तो जाके बेनती करके लियाओ वापस सारे इकट्ठे हो करके फिर गए माफ़ी मंगण वास्ते अगे लगे आ श्री अमरदास साहब जी महाराज सेवक वा उदों सेवादार ते जदों सारे नगर वालियां दे अगलवांढी होके महाराज नूं जाके नमस्कार कीते ना छापड़ी साहब वाले स्थान ते पलंगे ते बैठे सी गुरु अंगद साहब बाबा बुढ़ा साहब बाकी सिख सारे आले दुआले जदों जाके नमस्कार कर लगे महाराज ने दूजे पासे जेरा कर लिया गुरु अमरदास साहब जी उधर होके मत्था टेकन लगे तीजे पासे जेरा घुमा लिया उधर होके नमस्कार कर लगे चौथे पासे अपना मुख कीता फिर बेनती की महाराज दास तो की गलती हुई है आप जी दर्शन क्यों नहीं दे रहे ते सतगुरु अंतरजामी गुरु अंगद साहब कहन लगे कि ये तुसी चंगी गल नहीं की जो तबे ना करके आए पुरखा शक्ति जाके रखनी चाहिए सी जी सेवा जो मिली ये क्यों विखाई है महाराज कहते जे मींह पवाउणा हुंदा असीं नहीं सी पवा सकदे ते तुसीं इस तरह क्यों कीता फिर बेनती की महाराज मेरे तो ये जरिया नहीं गया जेड़े नगर वालियां नूं कह के नगर तो आप जी नूं बाहर उन्हें आख्या जाण वास्ते महाराज मेरे तो नहीं ये जरिया गया तां करके कीता कहन लगे पुरखा तो अगे ये नहीं काम करना इस तरह ये जिहड़ी शक्ति इहनूं जग के रखो ये बचन किया फिर नगर वालियां ने माफ़ी मंगी बेनती की कि महाराज वापस चलो फिर उतों छापड़ी साहब तो गुरु अंगद साहब जी महाराज
ਵਾਪਸ ਆਏ, ਸਿੱਖਾਂ ਨੇ ਪਲੰਘਾ ਚੁੱਕਿਆ ਮਹਾਰਾਜ ਦਾ। ਉੱਥੋਂ ਆਉਂਦਿਆਂ ਹੋਇਆਂ ਫਿਰ ਭਰੋਵਾਲ ਨਗਰ ਵਿੱਚ ਵੀ ਮਹਾਰਾਜ ਨੇ ਚਰਨ ਪਾਏ। ਉੱਥੇ ਵੀ ਸਥਾਨ ਬਣਿਆ ਗੁਰੂ ਸਾਹਿਬ ਦਾ, ਜਿਹੜਾ ਉਧਰਲੇ ਪਾਸੇ ਭਰੋਵਾਲ ਨਗਰ ਹੈ, ਸੜਕ ਦੇ ਉੱਤੇ ਹੀ, ਫਤਿਆਬਾਦ ਦੇ ਅਗਲੇ ਬੰਨੇ। ਉਸ ਨਗਰ 'ਚ ਵੀ ਚਰਨ ਪਾਏ ਮਹਾਰਾਜ ਸਾਹਿਬ। ਉੱਥੇ ਇੱਕ ਸਿੱਖ ਨੇ ਮਹਾਰਾਜ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਇਆ ਸੀ, ਗੁਰੂ ਅੰਗਦ ਸਾਹਿਬ ਮਹਾਰਾਜ ਨੇ। ਫਿਰ ਗਰੀਬ ਨਵਾਜ਼ ਵਾਪਸ ਖਡੂਰ ਸਾਹਿਬ ਆਏ। ਤੋ ਇਸ ਤਰੀਕੇ ਦੇ ਨਾਲ ਧੰਨ ਸ੍ਰੀ ਅਮਰਦਾਸ ਸਾਹਿਬ ਮਹਾਰਾਜ ਨੇ ਉਸ ਵੇਲੇ ਮੀਂਹ ਪਵਾਇਆ ਸੀ। ਇੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਤਾਂ ਸਤਿਗੁਰੂ ਜੀ ਦੇ ਬਚਨਾਂ ਦੀ ਸ਼ਕਤੀ ਵੇਖ ਕਰਕੇ ਸਾਰੇ ਸ਼ਰਧਾਲੂ ਜਿੰਨੇ ਹਨ ਉਹ ਸਾਰੇ ਖੁਸ਼ ਹੋਏ। ਗੁਰੂ ਸਾਹਿਬ ਜੀ ਦੀ ਕੀਰਤੀ ਘਰ ਘਰ ਵਿੱਚ ਭਰੀ ਗਈ। ਜਾਣੋ ਕਹਿੰਦੇ ਵੀ ਜਿਵੇਂ ਰਾਏ ਬੇਲ ਖਿੜੀ ਹੁੰਦੀ ਹੈ, ਚੰਬੇਲੀ ਖਿੜੀ ਹੁੰਦੀ, ਜਿਵੇਂ ਉਹ ਫੁੱਲ ਖਿੜੇ ਹੁੰਦੇ ਆ, ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਦੀ ਕੀਰਤੀ ਜਿਹੜੀ ਉਹ ਘਰ ਘਰ ਵਿੱਚ ਫੈਲੀ ਹੋਈ ਹੈ। ਜਾਣੋ ਕਿ ਗੁਰੂ ਸਾਹਿਬ ਜੀ ਦੀ ਕੀਰਤੀ ਦੇ ਹੀ ਰਾਈ ਬੇਲ ਖਿੜ ਗਈ ਹੈ, ਕੀਰਤੀ ਦੀ ਮਹਿਮਾ ਦੀ ਚੰਬੇਲੀ ਖਿੜ ਗਈ। ਅੱਗੇ ਇੱਕ ਹੋਰ ਪ੍ਰਸੰਗ ਆਰੰਭ ਹੋਇਆ ਹੈ ਕਿ ਇੱਕ ਝੂਲਣ ਸਿੰਘ ਨਾਮ ਦਾ ਸਿੰਘ ਸੀ, ਉਹ ਫਿਰਦਾ ਰਹਿੰਦਾ ਸੀ। ਹੱਥ ਵਿੱਚ ਉਹ ਦੁਤਾਰਾ ਰੱਖਦਾ ਸੀ ਆਪਣਾ, ਇੱਕ ਸਾਜ਼ ਜਿਹਨੂੰ ਦੁਤਾਰਾ ਕਿਹਾ ਜਾਂਦਾ, 2 ਤਾਰਾਂ ਵਾਲਾ, ਉਹ ਰੱਖਦਾ ਸੀ। ਉਹਦਾ ਨਾਂ ਸੀ ਝੂਲਣ ਸਿੰਘ। ਤੇ ਉਹ ਵਜਾ ਕੇ ਇਹਨਾਂ ਨਾਲ ਝੂਲੀ ਜੇ ਜਾਂਦਾ ਸੀ, ਮਸਤ ਜੇ ਹੋ ਜਾਂਦਾ ਸੀ ਉਹ ਸਾਜ਼ ਵਜਾਉਂਦਾ। ਇਸ ਕਰਕੇ ਲੋਕਾਂ ਨੇ ਉਹਦਾ ਨਾਂ ਹੀ ਝੂਲਣ ਸਿੰਘ ਰੱਖ ਦਿੱਤਾ ਸੀ। ਤੇ ਉਹ ਦੁਤਾਰਾ ਵਜਾਉਂਦਾ ਸੀ। ਮਾਤਾ ਸੁੰਦਰ ਕੌਰ ਜੀ ਦੀ ਦਾਸੀ ਨੇ ਉਹ ਝੂਲਣ ਸਿੰਘ ਦਾ ਦੁਤਾਰਾ ਸਾਜ਼ ਸੁਣਿਆ ਤੇ ਸੁਣ ਕਰਕੇ ਉਸ ਝੂਲਣ ਸਿੰਘ ਦੇ ਪਾਸ ਬਚਨ ਕੀਤਾ ਵੀ ਇਹ ਜਿਹੜਾ ਸਾਜ਼ ਹੈ ਇਸ ਥਾਂ ਤੇ ਕਿਉਂ ਤੁਸੀਂ ਵਜਾ ਰਹੇ ਹੋ? ਜੇ ਤੁਸੀਂ ਇਹਨੂੰ ਵਜਾਉਣਾ ਹੀ ਚਾਹੁੰਦੇ ਹੋ ਤੇ ਉਰੇ ਆ ਕੇ ਵਜਾਓ, ਭਾਵ ਇੱਥੇ ਮਾਤਾ ਜੀ ਦੇ ਪਾਸ ਆ ਕੇ ਵਜਾਓ। ਮਾਤਾ ਜੀ ਦੀ ਦਾਸੀ ਤੋਂ ਸੁਣ ਕਰਕੇ ਗੱਲ ਤੇ ਭਾਈ ਝੂਲਣ ਸਿੰਘ ਉਸ ਦਾਸੀ ਨੂੰ ਪੁੱਛਦਾ ਹੈ ਕਿ ਹੇ ਦਾਸੀ, ਮਾਤਾ ਸੁੰਦਰ ਕੌਰ ਜੀ ਨੇ ਆਖਿਆ ਉਰੇ ਆ ਕੇ ਵਜਾਉਣ ਵਾਸਤੇ ਕਿ ਜਾਂ ਤੂੰ ਹੀ ਕਹਿੰਦੀ ਹੈ? ਇਹ ਤੇਰੀ ਗੱਲ ਹੈ ਜਾਂ ਮਾਤਾ ਜੀ ਨੇ ਮੈਨੂੰ ਸੱਦਿਆ ਹੈ? ਉਹ ਦਾਸੀ ਕਹਿਣ ਲੱਗੀ, ਮਾਤਾ ਜੀ ਨੇ ਤੇ ਨਹੀਂ ਆਖਿਆ, ਇਹ ਤਾਂ ਮੈਂ ਹੀ ਕਹਿੰਦੀ ਆ ਵੀ ਜੇ ਤੂੰ ਵਜਾਉਣਾ ਹੀ ਆ ਤੇ ਮਾਤਾ ਜੀ ਦੇ ਕੋਲੇ ਆ ਕੇ ਵਜਾ ਲਾ, ਨੇੜੇ ਆ ਕੇ ਵਜਾ ਲਾ। ਤੇ ਮੈਂ ਚਿੱਤ ਵਿੱਚ ਚਾਹੁੰਦੀ ਆ ਵੀ ਤੂੰ ਇੱਥੇ ਨੇੜੇ ਆ ਕੇ ਵਜਾ ਲਾ, ਪਰ ਮਾਤਾ ਜੀ ਨੂੰ ਮੈਂ ਤੇਰੇ ਤੇ ਗੁੱਸੇ ਨਹੀਂ ਹੋਣ ਦੇਵਾਂਗੀ ਵੀ ਇੱਥੇ ਆ ਕੇ ਕਿਉਂ ਇਹ ਦੁਤਾਰਾ ਵਜਾਉਣਾ ਹੈ। ਮਾਤਾ ਜੀ ਨੂੰ ਮੈਂ ਬੇਨਤੀ ਕਰਕੇ ਤੇ ਤੇਰੇ ਤੇ ਗੁੱਸੇ ਨਹੀਂ ਹੋਣ ਦੇਵਾਂਗੀ। ਇਸ ਤਰ੍ਹਾਂ ਉਹ ਮਾਤਾ ਜੀ ਦੀ ਦਾਸੀ ਦੀ ਗੱਲ ਸੁਣ ਕਰਕੇ ਝੂਲਣ ਸਿੰਘ ਉੱਥੇ ਚਲੇ ਗਿਆ ਤੇ ਸੁਰ ਕਰਕੇ ਨਾ ਦੁਤਾਰਾ ਤੇ ਵਜਾਉਣ ਲੱਗ ਪਿਆ। ਤਾਂ ਉਸ ਵੇਲੇ ਮਾਤਾ ਸੁੰਦਰ ਕੌਰ ਜੀ ਦੇ ਨਾਲ ਇਹ ਦਾਸੀ ਨੇ ਆਖਿਆ ਹੈ ਵੀ ਇਹ ਸਿੰਘ ਹੈ, ਇਹ ਦੁਤਾਰਾ ਵਜਾ ਰਿਹਾ ਹੈ। ਮਾਤਾ ਸੁੰਦਰ ਕੌਰ ਜੀ ਨੇ ਪੁੱਛਿਆ ਦਾਸੀ ਨੂੰ ਕਿ ਇਹ ਜਿਹੜਾ ਦੁਤਾਰਾ ਵਜਾ ਰਿਹਾ ਕੋਈ ਸ਼ਬਦ ਵੀ ਗਾ ਲੈਂਦਾ ਹੈ ਬਾਣੀ ਦਾ? ਕੋਈ ਨਾਲ ਦੁਤਾਰਾ ਵਜਾਉਂਦਾ ਹੋਇਆ ਕੋਈ ਸ਼ਬਦ ਵੀ ਗਾਉਂਦਾ ਹੈ? ਦਾਸੀ ਨੇ ਦੱਸਿਆ, ਮਾਤਾ ਜੀ ਨਹੀਂ, ਇਹ ਸ਼ਬਦ ਤਾਂ ਕੋਈ ਨਹੀਂ ਇਹ ਗਾਉਂਦਾ, ਨਾਲ ਸ਼ਬਦ ਤਾਂ ਨਹੀਂ ਕੋਈ ਬੋਲਦਾ ਦੁਤਾਰਾ, ਬਸ ਉਂਝ ਹੀ ਦੁਤਾਰਾ ਹੀ ਗੱਲਾਂ ਵਜਾਉਂਦਾ। ਹੋਰ ਕੁਝ ਗਾ ਲੈਂਦਾ ਹੋਏਗਾ ਨਾਲ ਵਜਾ ਕੇ ਉਹਨੂੰ, ਪਰ ਉਸ ਮੌਕੇ ਤੇ ਉਹ ਇਕੱਲਾ ਹੀ ਵਜਾਉਂਦਾ ਸੀ। ਦਾਸੀ ਨੇ ਆਖਿਆ, ਮਾਤਾ ਜੀ ਇਹ ਸ਼ਬਦ ਤਾਂ ਨਹੀਂ ਨਾਲ ਕੋਈ ਗਾਉਂਦਾ, ਇਹ ਇਕੱਲਾ ਦੁਤਾਰਾ ਹੀ ਵਜਾਉਂਦਾ ਹੈ ਝੂਲਣ ਸਿੰਘ। ਇਸ ਤਰ੍ਹਾਂ ਕੁਝ ਚਿਰ ਉੱਥੇ ਬੈਠ ਕਰਕੇ ਝੂਲਣ ਸਿੰਘ ਨੇ ਉਹ ਦੁਤਾਰਾ ਵਜਾਇਆ ਹੈ। ਫਿਰ ਉੱਠ ਕਰਕੇ ਉੱਥੋਂ ਝੂਲਣ ਸਿੰਘ ਚਲੇ ਗਿਆ ਹੈ। ਗੁਰੂ ਸਾਹਿਬ ਜੀ ਉਸ ਮੌਕੇ ਦੇ ਉੱਤੇ ਸ਼ਿਕਾਰ ਖੇਲਣ ਵਾਸਤੇ ਗਏ ਹੋਏ ਸਨ। ਧੰਨ ਗੁਰੂ ਗੋਬਿੰਦ ਸਿੰਘ ਜੀ।
ਜੀਵਾਂ ਦੀ ਕਲਿਆਣ ਕਰਨ ਵਾਸਤੇ। ਆਏ ਸੰਧਿਆ ਪਰੀ ਕਿਰਪਾਲਾ, ਤੇ ਜਦੋਂ ਸੰਧਿਆ ਹੋਈ ਨਾ, ਸੰਧਿਆ ਵੇਲੇ ਕਲਗੀਧਰ ਪਾਤਸ਼ਾਹ ਆਏ। ਝੂਲਣ ਸਿੰਘ ਮਨ ਵਿਖੇ ਵਿਚਾਰੀ, ਤੇ ਝੂਲਣ ਸਿੰਘ ਨੇ ਆਪਣੇ ਮਨ ਵਿੱਚ ਵਿਚਾਰੀ ਇਹ ਗੱਲ। ਹਿਰਦੇ ਮੈਂ ਧਾਰੀ, ਇਹਨੇ ਆਪਣੇ ਹਿਰਦੇ ਵਿੱਚ ਬਹੁਤੀ ਗੈਰਤ ਧਾਰੀ ਹੈ, ਘਿਰਣਾ ਧਾਰਨ ਕੀਤੀ ਹੈ। ਮੁਝ ਤੇ ਮਨ ਮਤ ਦੀ ਅਧਿਕਾਰੀ, ਸ਼ਰਮ ਜੀ ਖਾ ਰਿਹਾ ਹੈ ਤੇ ਆਪਣੇ ਮਨ ਵਿੱਚ ਸੋਚ ਰਿਹਾ ਹੈ ਕਿ ਮੇਰੇ ਤੋਂ ਬਹੁਤ ਜ਼ਿਆਦੀ ਮਨਮੱਤ ਹੋ ਗਈ ਹੈ। ਜੇ ਕੋਈ ਮਨ ਭਗਤੀ ਹੈ ਬਾਈ, ਵੀ ਮੈਨੂੰ ਨਹੀਂ ਸੀ ਜਾ ਕੇ ਦੁਤਾਰਾ ਵਜਾਉਣਾ ਚਾਹੀਦਾ ਮਾਤਾ ਜੀ ਦੇ ਕੋਲ, ਭਾਵੇਂ ਮੈਂ ਦਾਸੀ ਦੇ ਕਹਿਣ ਕਰਕੇ ਗਿਆ। ਤੇ ਹੁਣ ਮਨ ਵਿੱਚ ਸ਼ਰਮ ਜੀ ਖਾ ਰਿਹਾ ਕਿ ਜੇ ਮੇਰੀ ਆਪਣੀ ਮਾਤਾ ਹੁੰਦੀ ਤੇ ਆਪਣੀ ਭੈਣ ਹੁੰਦੀ, ਉਹਨਾਂ ਕੋਲੇ ਮੈਂ ਜਾ ਕੇ ਇਸ ਤਰ੍ਹਾਂ ਵਜਾਉਂਦਾ। ਵੀ ਇਸ ਤਰੀਕੇ ਦੇ ਨਾਲ ਉਹਨੇ ਆਪਣੇ ਮਨ ਦੇ ਵਿੱਚ ਹੀ ਉਹਨੇ ਇਹ ਗੈਰਤ ਖਾਧੀ ਹੈ। ਕਹਾਂ ਮੈਂ ਏਵ ਬਜਾਓ, ਵੀ ਉੱਥੇ ਮੈਂ ਉਹਨਾਂ ਕੋਲੇ ਜਾ ਕੇ ਆਪਣੀ ਭੈਣ ਤੇ ਆਪਣੀ ਮਾਈ ਕੋਲੇ, ਮਾਤਾ ਕੋਲੇ ਜਾ ਕੇ ਇਸ ਤਰ੍ਹਾਂ ਕਿਵੇਂ ਮੈਂ ਵਜਾਉਂਦਾ, ਮੈਂ ਨਹੀਂ ਸੀ ਵਜਾਉਣਾ। ਅਬ ਤੋਂ ਰਾਜ ਕਰੂੰ ਹਟ ਜਾਵਾਂ, ਤਾਂ ਮੈਂ ਸ਼ਰਮ ਧਾਰਨ ਕਰਕੇ ਹਟ ਜਾਣਾ ਸੀ। ਬਹੁਤ ਦੁੱਖ ਪਾਏ ਅਧਿਕ ਪਛਤਾਇਓ, ਫਿਰ ਬਹੁਤਾ ਦੁੱਖ ਪਾ ਕਰਕੇ ਤੇ ਬਹੁਤ ਪਛਤਾਤਾਪ ਕੀਤਾ ਇਸਨੇ। ਕਿਉਂ ਗੁਰ ਮਹਿਲਾ ਨਿਕਟ ਬਜਾਇਓ, ਤੇ ਮਨ 'ਚ ਸੋਚਦਾ ਕਿ ਮੈਂ ਗੁਰੂ ਕੇ ਮਹਿਲਾਂ ਦੇ ਪਾਸ ਕਿਉਂ ਜਾ ਕੇ ਦੁਤਾਰਾ ਵਜਾਇਆ, ਮਾਤਾ ਸੁੰਦਰ ਕੌਰ ਜੀ ਦੇ ਪਾਸ ਜਾ ਕੇ ਇਹ ਦੁਤਾਰਾ ਸਾਜ਼ ਕਿਉਂ ਮੈਂ ਵਜਾਇਆ। ਦਾਸੀ ਦੇ ਕਹਿਣ ਕਰਕੇ ਮੈਂ ਚਲੇ ਗਿਆ, ਪਰ ਮੈਨੂੰ ਨਹੀਂ ਸੀ ਜਾਣਾ ਚਾਹੀਦਾ। ਫਿਰ ਇਹ ਕੀ ਕਰਦਾ ਹੈ, ਕਿਸ ਤਰੀਕੇ ਦੇ ਨਾਲ ਇਹਦਾ ਬਾਕੀ ਦਾ ਪ੍ਰਸੰਗ ਸਾਧ ਸੰਗਤ ਜੀ ਕੱਲ੍ਹ ਦੇ ਦੀਵਾਨ ਵਿੱਚ ਆਵੇਗਾ। ਗੁਰੂ ਸਾਹਿਬ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣ। ਦੇਹੋ ਸੱਜਣੀ ਅਸੀਸ ਅੜੀਆਂ ਜਾਂ ਹੋਵੇ ਸਾਹਿਬ ਸਿਉ ਮੇਲ। ਔਰ ਆਪ ਸਮੂਹ ਸੰਗਤ ਦੀ ਸੇਵਾ ਦੇ ਵਿੱਚ ਅਦਬ ਸਹਿਤ ਬੇਨਤੀ ਹੈ, ਜੋ ਸਾਧ ਸੰਗਤ ਜੀ 14 ਤਰੀਕ ਨੂੰ ਚੇਤ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਔਰ ਇਹ ਨਵੇਂ ਸਾਲ ਦੀ ਆਰੰਭਤਾ ਹੋ ਰਹੀ ਹੈ। ਚੇਤ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਗੁਰੂ ਕੇ ਖਾਲਸੇ ਦਾ ਨਵਾਂ ਸਾਲ ਆਰੰਭ ਹੋ ਰਿਹਾ, ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਮੁਤਾਬਕ ਨਵਾਂ ਸਾਲ ਆਰੰਭ ਹੋ ਰਿਹਾ। 12 ਮਹੀਨੇ ਆ ਤੇ ਪਹਿਲੇ ਮਹੀਨੇ ਤੇ ਪਹਿਲੇ ਦਿਨ ਤੋਂ ਨਵੇਂ ਸਾਲ ਦੀ ਆਰੰਭਤਾ ਹੁੰਦੀ ਨਾ 12 ਮਹੀਨਿਆਂ 'ਚ। ਤੇ ਗੁਰੂ ਗ੍ਰੰਥ ਸਾਹਿਬ ਜੀ ਦੇ 12 ਮਹੀਨੇ ਜਿਹੜੇ ਆ ਉਹ ਪਹਿਲਾ ਮਹੀਨਾ ਚੇਤ ਦਾ ਵਾ। ਚੇਤ ਗੋਬਿੰਦ ਅਰਾਧਿਐ ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਚੇਤ ਬਸੰਤ ਭਲਾ ਭਵਰ ਸੁਹਾਵੜੇ, ਬਣ ਫੂਲੇ ਮੰਝ ਬਾਰ ਮੈਂ ਫਿਰ ਘਰ ਬਾਹਰੇ। ਤਾਂ ਜਿੱਥੇ ਸਾਧ ਸੰਗਤ ਜੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਹਰ ਰੋਜ਼ ਦੀ ਤਰ੍ਹਾਂ ਦੀਵਾਨ ਸਜਣੇ ਹਨ, ਉੱਥੇ ਚੇਤ ਮਹੀਨੇ ਦੀ ਸੰਗਰਾਂਦ ਨੂੰ ਔਰ ਨਵੇਂ ਸਾਲ ਦੀ ਖੁਸ਼ੀ ਦੇ ਅੰਦਰ ਗੁਰਦੁਆਰਾ ਸ੍ਰੀ ਹੱਟ ਸਾਹਿਬ ਜੀ ਵਿਖੇ 14 ਤਰੀਕ ਸੰਗਰਾਂਦ ਵਾਲੇ ਦਿਨ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਤੋਂ ਉਪਰੰਤ 2 ਘੰਟੇ ਦਾ ਗੁਰਮਤਿ ਸਮਾਗਮ ਹੋ ਰਿਹਾ ਹੈ, ਜਿਸ ਵਿੱਚ 2 ਜਥੇ ਵਿਸ਼ੇਸ਼ ਤੌਰ ਤੇ ਸਤਿਕਾਰਯੋਗ ਮੈਨੇਜਰ ਸਾਹਿਬ ਜੀ ਵੱਲੋਂ ਬੁਲਾਏ ਗਏ ਹਨ। 2 ਘੰਟੇ ਦਾ ਸਮਾਗਮ ਹੋਵੇਗਾ, ਕਥਾ ਕੀਰਤਨ ਦਾ ਪ੍ਰਵਾਹ ਚੱਲੇਗਾ ਔਰ ਇਸੇ ਤਰ੍ਹਾਂ ਬੀਬੀਆਂ ਦਾ ਜੋ ਜਥਾ ਹੈ ਜਮਨਾ ਨਗਰ ਵਾਲਾ, ਜੋ ਸਤਿਕਾਰਯੋਗ ਬੀਬੀਆਂ ਕੀਰਤਨ ਕਰਦੀਆਂ ਹਨ ਨਾਲ ਗੁਰਮਤਿ ਵਿਚਾਰਾਂ, ਉਹਨਾਂ ਦਾ ਜਥਾ ਆ ਰਿਹਾ ਹੈ। ਔਰ ਇਸੇ ਤਰ੍ਹਾਂ ਇੱਕ ਹੋਰ ਗੁਰਮੁਖ ਪਿਆਰਿਆਂ ਦਾ ਜਥਾ ਪਹੁੰਚ ਰਿਹਾ ਹੈ ਵਿਸ਼ੇਸ਼ ਤੌਰ ਤੇ। ਤੋ ਆਪ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਜੀ ਵਿਖੇ 14 ਤਰੀਕ ਨੂੰ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰਿ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸਿੰਘ ਸੁਜਾਨ।
ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।